ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 387 ਤੇ ਉਤੋਂ 2 4 6 7 ਕੁ ਪੰਕਤੀਆਂ ਛੱਡ ਕੇ ਹੈ ਆਸਾ ਮਹਿਲਾ ਪੰਜਵਾਂ। ਮਿਟੀ ਇਤਿਹਾਸ ਅਗਿਆਨ ਅੰਧੇਰੇ, ਸਾਧ ਸੇਵਾ ਅੱਗ ਕਟੇ ਕਨੇਰੇ। ਗੁਰੂ ਦੀ ਸੇਵਾ ਕਰਕੇ ਅੱਗ ਹੁੰਦਾ ਪਾਪ, ਕਨੇਰੇ ਮਨੇ ਬਹੁਤ। ਸਾਧੂ ਦੀ ਗੁਰੂ ਦੀ ਸੇਵਾ ਕਰਕੇ ਬੇਅੰਤ ਪਾਪ ਕਟੇ ਜਾਂਦੇ ਹਨ ਅਤੇ ਅੰਦਰ ਅਗਿਆਨਤਾ ਜੋ ਅੰਧੇਰਾ ਹੈ ਉਸ ਕਾਰਨ ਮਾਇਆ ਦੀ ਪਿਆਸ ਹੈ। ਉਹ ਮਾਇਆ ਦੀ ਪਿਆਸ ਵੀ ਮਿਟੀ ਫਿਰ ਮਿਟ ਜਾਂਦੀ ਹੈ। ਗੁਰੂ ਦੀ ਸੇਵਾ ਕਰਕੇ ਕਹਿੰਦੇ ਬਹੁਤ ਪਾਪ ਕੱਟੇ ਜਾਂਦੇ ਨੇ ਅਤੇ ਅਗਿਆਨਤਾ ਜਿਹੜਾ ਅੰਧੇਰਾ ਹੈ ਉਹ ਖਤਮ ਹੋ ਜਾਂਦਾ ਹੈ। ਮਾਇਆ ਦੀ ਜਿਹੜੀ ਪਿਆਸ ਹੈ ਉਹ ਮਿਟ ਜਾਂਦੀ ਹੈ। ਸੁਖ ਸਹਿਜ ਆਨੰਦ ਘਣਾ, ਗੁਰ ਸੇਵਾ ਤੇ ਭਏ ਮਨ ਨਿਰਮਲ। ਹਰ 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 ਨਾਮ ਸੁਣਾ। ਜਦੋਂ ਗੁਰੂ ਦੀ ਸੇਵਾ ਕੀਤੀ, ਗੁਰ ਸੇਵਾ ਤੇ ਭਏ ਮਨ ਨਿਰਮਲ ਹੋ ਗਿਆ। ਫਿਰ ਗੁਰੂ ਤੋਂ ਹਰੀ ਦਾ ਨਾਮ ਸੁਣਿਆ। ਹਰ 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 ਨਾਮ ਸੁਣਾ। ਗੁਰੂ ਤੋਂ ਜਦੋਂ ਹਰੀ ਦਾ ਨਾਮ ਸੁਣਿਆ, ਗੁਰੂ ਦੀ ਸੇਵਾ ਕੀਤੀ, ਮਨ ਨਿਰਮਲ ਹੋ ਗਿਆ। ਫਿਰ ਕੀ ਪ੍ਰਾਪਤੀ ਹੋਈ? ਸੁਖ ਸਹਿਜ ਆਨੰਦ ਘਣਾ। ਬੜਾ ਹੀ ਸੁਖ, ਬੜਾ ਹੀ ਆਨੰਦ ਪ੍ਰਾਪਤ ਹੋ ਗਿਆ। ਘਣਾ ਮੈਨੇ ਬਹੁਤ ਜ਼ਿਆਦਾ। ਰਹਾਉ ਬਿਨ ਸਿਓ ਮਨ ਕਾ ਮੂਰਖ ਢੀਠਾ, ਪ੍ਰਭ ਕਾ ਭਾਣਾ ਲਾਗਾ ਮੀਠਾ। ਜਦੋਂ ਫਿਰ ਮਨ ਨਿਰਮਲ ਹੋ ਜਾਂਦਾ ਹੈ, ਮਨੁੱਖ ਹਰੀ ਦਾ ਨਾਮ ਸੁਣਦਾ ਹੈ। ਮਨ ਕਾ ਮੂਰਖ ਢੀਠਾ, ਮਨ ਦੀ ਮੂਰਖਤਾ ਅਤੇ ਢੀਠਪੁਣਾ। ਮੂਰਖਤਾ ਭਾਵ ਹੈ ਮੂਰਖਤਾ, ਢੀਠਾ ਮੈਨੇ ਢੀਠਪੁਣਾ। ਮਨ ਦੀ ਮੂਰਖਤਾ ਅਤੇ ਮਨ ਦੀ ਢੀਠਤਾ ਖਤਮ ਹੋ ਜਾਂਦੀ। ਫਿਰ ਪਰਮਾਤਮਾ ਦਾ ਭਾਣਾ ਮਿੱਠਾ ਲੱਗਦਾ, ਚੰਗਾ ਲੱਗਦਾ ਵੀ ਪਰਮਾਤਮਾ ਜੋ ਕਰੇ ਠੀਕ ਕਰੇ। ਫਿਰ ਐਸ ਕਹਿੰਦਾ ਬੰਦਾ। ਹੁਣ ਤਾਂ ਜਿਹੜੀ ਗੱਲ ਸਾਡੇ ਅਨੁਸਾਰ ਹੋ ਜਾਂਦੀ ਹੈ ਉਹ ਤਾਂ ਹੈ ਠੀਕ ਹੈ। ਜਿਹੜੇ ਸਾਡੀ ਸੋਚ ਦੇ ਵਿਰੁੱਧ ਸਾਡਾ ਕੋਈ ਹੋ ਜਾਂਦਾ ਉਹਨੂੰ ਅਸੀਂ ਕਹਿੰਦੇ ਮਾੜਾ ਹੋਇਆ ਹੈ। ਪਰ ਜਦੋਂ ਗਿਆਨ ਹੁੰਦਾ ਹੈ, ਅੰਦਰੋਂ ਮੂਰਖਤਾ ਖਤਮ ਹੁੰਦੀ ਹੈ, ਅੰਦਰੋਂ ਢੀਠਪੁਣਾ ਖਤਮ ਹੁੰਦਾ ਹੈ। ਫਿਰ ਪਰਮਾਤਮਾ ਦਾ ਭਾਣਾ ਮਿੱਠਾ ਲੱਗਦਾ, ਪਰਮਾਤਮਾ ਦੀ ਰਜ਼ਾ ਪਿਆਰੀ ਲੱਗਦੀ। ਤਾਂ ਹੀ ਪੰਚਮ ਤੇਰਾ ਭਾਣਾ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਿਰਫ ਉਹਨਾਂ ਲਿਖਿਆ ਨਹੀਂ, ਅੰਤਲੇ ਸਮੇਂ ਉਹਨਾਂ ਕਰਕੇ ਵੀ ਵਿਖਾਇਆ। ਜਦੋਂ ਤੱਤੀਆਂ ਤਵੀਆਂ 'ਤੇ ਬਿਠਾਇਆ, ਮੀਆਂ ਮੀਰ ਜੀ ਨੂੰ ਪਤਾ ਲੱਗਾ ਲਾਹੌਰ, ਜਿਨ੍ਹਾਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਵੀ ਇਸ ਤਰ੍ਹਾਂ ਗੁਰੂ ਮਹਾਰਾਜ ਨਾਲ ਹੋ ਰਿਹਾ ਹੈ। ਉਹ ਚੱਲ ਕੇ ਜਿਹੜਾ ਹੈ ਚੰਦੂ ਦੀ ਹਵੇਲੀ ਜਾ ਕੇ ਅਤੇ ਗੁਰੂ ਮਹਾਰਾਜ ਨੂੰ ਕਹਿੰਦੇ ਕਿ ਜੇ ਤੁਸੀਂ ਕਹੋ ਤਾਂ ਮੈਂ ਫਿਰ ਜਿਹੜਾ ਕੁਛ ਕਰ ਦਿਆਂ। ਗੁਰੂ ਮਹਾਰਾਜ ਕਹਿੰਦੇ ਨਹੀਂ ਪੀਰ ਜੀ, ਅਸੀਂ ਪਰਮਾਤਮਾ ਦੀ ਰਜ਼ਾ 'ਚ ਚੱਲਣਾ ਹੈ। ਉਹਦਾ ਹੁਕਮ ਹੈ ਅਸੀਂ ਤੱਤੀਆਂ ਤਵੀਆਂ 'ਤੇ ਬੈਠੀਏ, ਬਸ ਅਸੀਂ ਬੈਠ ਗਏ। ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਹੈ। ਕਿ ਜੇ ਗੁਰੂ ਮਹਾਰਾਜ ਚਾਹੁੰਦੇ ਤਾਂ ਉਹਨਾਂ ਹੀ ਨਹੀਂ ਕਹਿੰਦੇ ਇਹ ਤਵੀਏ ਠੰਡੀ ਹੋ ਜਾ, ਅਤੇ ਤਵੀ ਨੇ ਠੰਡੀ ਹੋ ਜਾਣਾ ਸੀ। ਕਿਉਂਕਿ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹਨਾਂ ਕੋਲ ਰਿਧੀਆਂ ਸਿੱਧੀਆਂ ਹੁੰਦੀਆਂ ਨੇ, ਉਹਨਾਂ ਕੋਲ ਵਾਕ ਸਿੱਧੀ ਹੁੰਦੀ ਹੈ। ਜੋ ਬੋਲਦਾ ਸੱਚ ਹੋ ਜਾਣਾ।
ਵਾਕ ਸਿੱਧੀ ਹੋ ਜਾਂਦੀ। ਜਿਵੇਂ ਦੁਰਵਾਸਾ ਰਿਸ਼ੀ ਕੋਲੇ ਵਾਕ ਸਿੱਧੀ ਸੀ, ਕ੍ਰਿਸ਼ਨ ਮਹਾਰਾਜ ਦੇ ਪੁੱਤਰ ਅਤੇ ਦੋਸਤਾਂ ਨੇ ਜਦੋਂ ਮਖੌਲ ਕੀਤਾ ਰਿਸ਼ੀਆਂ ਨੂੰ, ਤਾਂ ਦੁਰਵਾਸਾ ਰਿਸ਼ੀ ਨੂੰ ਗੁੱਸਾ ਚੜ੍ਹ ਗਿਆ। ਕਹਿੰਦਾ ਇਹਦੇ ਪੇਟ 'ਚ ਉਹ ਪੈਦਾ ਹੋਵੇਗਾ ਜਿਹੜਾ ਤੁਹਾਡੇ ਕੁਲ ਦਾ ਨਾਸ ਕਰੇਗਾ। ਬਸ ਵਾਕ ਸਿੱਧੀ ਪ੍ਰਾਪਤ ਸੀ, ਜੋ ਫਿਰ ਕਿਆ ਹੋ ਗਿਆ। ਇਸ ਲਈ ਸਿਆਣੇ ਕਹਿੰਦੇ ਨੇ ਸਾਧੂਆਂ ਨਾਲ ਪੰਗੇ ਨਹੀਂ ਲਈਦੇ ਹੁੰਦੇ। ਕੋਈ ਸਾਧੂ ਚੰਗਾ ਨਹੀਂ ਲੱਗਦਾ, ਮਤ ਜਾਓ ਦੇ, ਲੋੜ ਹੀ ਨਹੀਂ ਜਾਣ ਦੀ। ਮੰਨ ਲਓ ਮੈਨੂੰ ਕੋਈ ਲੀਡਰ ਚੰਗਾ ਨਹੀਂ ਲੱਗਦਾ, ਮੈਨੂੰ ਲੋੜ ਨਹੀਂ ਉਹਦੇ ਜਲਸੇ 'ਚ ਜਾਣ ਦੀ, ਮੈਂ ਜਾ ਕੇ ਲੈਣਾ, ਮੈਨੂੰ ਚੰਗੀ ਨਹੀਂ ਲੱਗਦਾ। ਸਾਧੂ ਚੰਗਾ ਨਹੀਂ ਲੱਗਦਾ ਜਾਂ ਸਾਧੂਆਂ ਵਿੱਚ ਵਿਸ਼ਵਾਸ ਨਹੀਂ ਹੈ, ਲੋੜ ਹੀ ਨਹੀਂ ਉਹਨਾਂ ਕੋਲੇ ਜਾਣ ਦੀ। ਜਿਸ ਦੇ ਵਿੱਚ ਵਿਸ਼ਵਾਸ ਹੈ ਉਹੀ ਜਾਏਗਾ, ਤਾਂ ਹੀ ਕੋਈ ਲਾਭ ਹੋਵੇਗਾ। ਜਾ ਕੇ ਐਵੇਂ ਕੁਛ ਤੁਸੀਂ ਬੋਲਤਾ ਹੈ ਅਵਾ ਤਵਾ, ਜੇ ਉਹਨਾਂ ਨੇ ਕੁਛ ਅੱਗੋਂ ਕਹਿਤਾ ਤੁਹਾਡਾ ਬਚਣਾ ਕੱਖ ਨਹੀਂ ਹੈ। ਕਈ ਸਾਧੂ ਬੜੇ ਪਹੁੰਚੇ ਹੁੰਦੇ ਨੇ, ਠੀਕ ਹੈ, ਹਰ ਇੱਕ ਸਾਧੂ ਕੋਲ ਰਿਧੀਆਂ ਸਿੱਧੀਆਂ ਨਹੀਂ ਹੁੰਦੀਆਂ, ਪਰ ਕਈ ਸਾਧੂ ਬੜੇ ਪਹੁੰਚੇ ਹੁੰਦੇ ਨੇ, ਜੋ ਕਹਿ ਦੇਣ ਬਸ ਉਹ ਲੋਕ ਪਰਲੋਕ 'ਚ ਸੱਚ ਹੋ ਜਾਂਦਾ। ਇਹਾਂ ਉਹਾਂ ਸੱਚ ਹੋਵੇ। ਹਾਂ, ਨਾਲੇ ਸਾਧੂਆਂ ਦੀ ਤਾਂ ਮਹਿਮਾ ਹੀ ਬੜੀ ਗੁਰਬਾਣੀ 'ਚ ਲਿਖੀ ਹੋਈ ਹੈ। ਜਿਹਦੀ ਮਹਿਮਾ ਬਾਣੀ 'ਚ ਲਿਖੀ ਹੋਈ ਹੈ ਉਹਦੇ ਨਿੰਦਿਆ ਨੁੰਦਿਆ ਕਰਨਾ ਸਾਡਾ ਫਰਜ਼ ਨਹੀਂ ਬਣਦਾ। ਨਹੀਂ ਕੋਈ ਚੰਗਾ ਲੱਗਦਾ, ਠੀਕ ਹੈ ਭਾਈ, ਨਾ ਜਾਓ, ਨਾ ਸੁਣੋ, ਨਾ ਮੰਨੋ। ਇਸ ਲਈ ਕਹਿੰਦੇ ਗੁਰ ਪੂਰੇ ਕੇ ਚਰਨ ਗਹੇ, ਕੋਟ ਜਨਮ ਕੇ ਪਾਪ ਲਹੇ। ਗਏ ਹੁੰਦਾ ਪਕੜਨਾ। ਜਦੋਂ ਇਹ ਗੁਰੂ ਦੇ ਚਰਨਾਂ ਨੂੰ ਫੜਿਆ, ਕਰੋੜਾਂ ਜਨਮਾਂ ਦੇ ਪਾਪ ਸਨ ਉਹ ਲੈ ਗਏ। ਕਿਉਂ? ਗੁਰੂ ਨੇ ਕਿਰਪਾ ਦ੍ਰਿਸ਼ਟੀ ਕਰਤੀ। ਜਦੋਂ ਗੁਰੂ ਕਿਰਪਾ ਕਰਦਾ ਹੈ, ਕਿਰਪਾ ਕਟਾਖ ਹੈ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰੇ। ਕਟਾਖ ਆਉਂਦਾ ਦ੍ਰਿਸ਼ਟੀ। ਜਦੋਂ ਕਿਰਪਾ ਦ੍ਰਿਸ਼ਟੀ ਨਾਲ ਕਹਿੰਦੇ ਅਵਲੋਕਨ ਨੇ ਦੇਖਿਆ, ਜਦੋਂ ਗੁਰੂ ਨੇ ਕਿਰਪਾ ਦ੍ਰਿਸ਼ਟੀ ਨਾਲ ਸਾਡੇ ਵੱਲ ਵੇਖਿਆ ਕਿ ਸਭ ਦੁੱਖ ਹੀ ਦੂਰ ਕਰ। ਇਸ ਲਈ ਕਹਿੰਦੇ ਰਤਨਮ ਜਨਮ ਇਹ ਸਫਲ ਪਿਆ, ਕਹੋ ਨਾਨਕ ਪ੍ਰਭ ਕਰੀ ਮਾਇਆ। ਜਦੋਂ ਫਿਰ ਪਰਮਾਤਮਾ ਨੇ ਮਾਇਆ ਹੁੰਦੀ ਕਿਰਪਾ, ਪਰਮਾਤਮਾ ਨੇ ਕੀਤੀ ਕਿਰਪਾ। ਇਹ ਜਿਹੜਾ ਮਨੁੱਖਾ ਜੀਵਨ ਇਹਨੂੰ ਰਤਨ ਜਨਮ ਕਿਹਾ, ਵੀ ਕੀਮਤੀ ਹੈ। ਇਹ ਮਨੁੱਖਾ ਜੀਵਨ ਜੋ ਬਹੁਤ ਕੀਮਤੀ ਹੈ, ਇਹ ਸਫਲ ਪਿਆ, ਇਹ ਸਫਲਾ ਹੋ ਗਿਆ। ਜੀਵਨ ਸਫਲਾ ਹੋ ਜਾਂਦਾ, ਪਰਮਾਤਮਾ ਕਿਰਪਾ ਕਰ ਦਿੰਦਾ। ਸੋ ਗੁਰ ਪੂਰੇ ਕੇ ਚਰਨ ਗਹੇ। ਸੋ ਪੂਰੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਕਰੋੜਾਂ ਪਾਪ ਨਾਸ ਹੋ ਜਾਂਦੇ ਹਨ। ਇਹ ਮਨੁੱਖਾ ਜੀਵਨ ਸਫਲਾ ਹੋ ਜਾਂਦਾ ਹੈ, ਪਰਮਾਤਮਾ ਕਿਰਪਾ ਕਰ ਦਿੰਦਾ ਹੈ। ਗੁਰ ਪੂਰੇ ਕੇ ਚਰਨ ਗਹੇ, ਗੁਰ ਪੂਰੇ ਕੇ ਚਰਨ ਗਹੇ, ਗੁਰ ਪੂਰੇ ਕੇ ਚਰਨ ਗਹੇ, ਗੁਰ ਪੂਰੇ ਕੇ ਚਰਨ ਗਹੇ। ਕੋਟ ਜਨਮ ਕੇ ਪਾਪ ਲਹੇ, ਕੋਟ ਜਨਮ ਕੇ ਪਾਪ ਲਹੇ, ਕੋਟ ਜਨਮ ਕੇ ਪਾਪ ਲਹੇ, ਰਤਨ ਜਨਮ ਇਹ ਸਫਲ ਪਿਆ, ਰਤਨ ਜਨਮ ਇਹ ਸਫਲ ਪਿਆ, ਰਤਨ ਜਨਮ ਇਹ ਸਫਲ ਪਿਆ, ਰਤਨ ਜਨਮ ਇਹ ਸਫਲ ਪਿਆ। ਕਹੋ ਨਾਨਕ ਪ੍ਰਭ ਕਰੀ ਮਾਇਆ, ਕਹੋ ਨਾਨਕ ਪ੍ਰਭ ਕਰੀ ਮਾਇਆ, ਕਹੋ ਨਾਨਕ ਪ੍ਰਭ ਕਰੀ ਮਾਇਆ, ਕਹੋ ਨਾਨਕ ਪ੍ਰਭ ਕਰੀ ਮਾਇਆ। ਅੱਗੇ ਕਹਿੰਦੇ ਆਸਾ ਮਹਿਲਾ ਪੰਜਵਾਂ। ਸਤਿਗੁਰ ਆਪਣਾ ਸਦਾ ਸਦਾ ਸੰਭਾਰੇ,
ਇਹ ਮੰਮੇ ਦੇ ਹੇਠਾਂ ਜਿਹੜੀ ਟੇਢੀ ਲਾਈਨ ਲੱਗੀ ਹੈ, ਹਾਹੇ ਅੱਧੇ ਹਾਹੇ ਦਾ ਕੰਮ ਕਰਦੇ। ਸੰਭਾਰੇ ਸਤਿਗੁਰ ਆਪਣਾ ਸਦ ਸਦਾ ਸੰਭਾਰੇ, ਗੁਰ ਕੇ ਚਰਨ ਕੇਸ ਸੰਗ ਝਾਰੇ। ਕਹਿੰਦਾ ਸਦਾ ਹੀ ਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ, ਗੁਰੂ ਨੂੰ ਯਾਦ ਕਰਦੇ ਰਹਿਣਾ ਚਾਹੀਦਾ, ਕਰਦੇ ਰਹਿਣਾ ਚਾਹੀਦਾ। ਗੁਰੂ ਦੇ ਚਰਨਾਂ ਨੂੰ ਆਪਣੇ ਕੇਸਾਂ ਦੇ ਨਾਲ ਝਾੜਨਾ ਚਾਹੀਦਾ, ਝਾੜਨਾ ਚਾਹੀਦਾ, ਭਾਵ ਨਿਮਰਤਾ ਰੱਖਣੀ ਹੈ। ਉਂਝ ਗੁਰੂ ਮਹਾਰਾਜ ਦੇ ਝਾੜੇ ਵੀ ਸਨ। ਚੌਥੇ ਪਾਤਸ਼ਾਹ ਜਦੋਂ ਅੰਮ੍ਰਿਤਸਰ ਸਨ ਤਾਂ ਸ਼੍ਰੀ ਚੰਦ ਜੀ ਬਾਰਠ ਪਿੰਡ ਤੋਂ ਆ, ਗੁਰਦਾਸਪੁਰ ਜ਼ਿਲ੍ਹੇ 'ਚ ਬਾਰਠ ਪਿੰਡ ਤੋਂ ਅੱਗੇ ਫਿਰ ਪਰ ਨੇੜੇ ਜੰਮੂ ਹੈ, ਕਿ ਪਠਾਨਕੋਟ ਮੁੱਕਰਨ ਵੀ ਵਾਲਾ ਹੁੰਦਾ ਉੱਥੇ। ਬਾਰਠ ਪਿੰਡ ਤੋਂ ਅੰਮ੍ਰਿਤਸਰ ਆਏ ਵੀ ਚਲੋ ਮਿਲ ਆਉਂਦੇ ਹਾਂ। ਸਿੱਖਾਂ ਨੇ ਆ ਕੇ ਦੱਸਿਆ ਵੀ ਗੁਰੂ ਨਾਨਕ ਜੀ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਆ ਰਹੇ। ਗੁਰੂ ਮਹਾਰਾਜ ਨੇ ਮਠਿਆਈ ਦੀ ਥਾਲੀ, ਕੁਝ ਮਾਇਆ ਉੱਤੇ ਰੁਮਾਲਾ ਦੇ ਕੇ ਸਿੱਖਾਂ ਦੇ ਹੱਥ ਭੇਜੀ ਹੈ ਕਿ ਉਹਨਾਂ ਨੂੰ ਭੇਟਾ ਕਰੋ ਅਤੇ ਸਤਿਕਾਰ ਸਹਿਤ ਲੈ ਕੇ ਆਓ। ਜਦੋਂ ਸ਼੍ਰੀ ਚੰਦ ਜੀ ਆ ਕੇ ਬੈਠ ਗਏ, ਸਹਿਜ ਸੁਭਾਅ ਸ਼੍ਰੀ ਚੰਦ ਜੀ ਕਹਿੰਦੇ, ਪੁਰਖਾ ਇੰਨੀ ਦਾੜੀ ਕਿਉਂ ਵਧਾਈ ਹੈ? ਕਿਉਂਕਿ ਚੌਥੇ ਪਾਤਸ਼ਾਹ ਦੀ ਜਿਹੜੀ ਦਾੜੀ ਸੀ ਸਾਰੇ ਗੁਰੂਆਂ ਤੋਂ ਵੱਡੀ ਸੀ। ਕਹਿੰਦੇ ਪੁਰਖਾ ਇੰਨੀ ਦਾੜੀ ਕਿਉਂ ਵਧਾਈ ਹੈ? ਅਤੇ ਗੁਰੂ ਮਹਾਰਾਜ ਦਾੜੀ ਫੜ ਕੇ ਨਾ ਆਪਣੀ ਸ਼੍ਰੀ ਚੰਦ ਦੇ ਚਰਨ ਸਾਫ਼ ਕਰਨ ਲੱਗ ਪਏ। ਕਹਿ ਜੀ ਆਪ ਜੀ ਵਰਗੇ ਮਹਾਂਪੁਰਖਾਂ ਦੇ ਚਰਨ ਸਾਫ਼ ਕਰਨ ਲਈ ਵਧਾਈ ਹੈ। ਸ਼੍ਰੀ ਚੰਦ ਜੀ ਕਹਿੰਦੇ ਹੁਣ ਮੈਨੂੰ ਪਤਾ ਲੱਗਾ ਕਿ ਮੈਨੂੰ ਗੁਰਗੱਦੀ ਕਿਉਂ ਨਹੀਂ ਸੀ ਮਿਲੀ। ਪਤਾ ਲੱਗਾ ਇੰਨੀ ਨਿਮਰਤਾ। ਹਾਲਾਂਕਿ ਉਹ ਗੁਰੂ ਨਹੀਂ ਸਨ ਆਏ। ਇੱਕ ਤਾਂ ਹੁੰਦਾ ਵੀ ਤੀਸਰੇ ਪਾਤਸ਼ਾਹ ਹੁੰਦੇ, ਚੌਥੇ ਪਾਤਸ਼ਾਹ ਕੋਲ ਇੱਕ ਹੋਰ ਗੱਲ ਸੀ, ਗੁਰੂਆਂ ਦੇ ਸਾਹਿਬਜ਼ਾਦੇ ਹੀ ਸਨ। ਉਹ ਫਿਰ ਵੀ ਇੰਨਾ ਸਤਿਕਾਰ ਕੀਤਾ। ਸੋ ਇਸ ਲਈ ਜਿਸ ਦਾ ਸਤਿਕਾਰ ਸਾਡੇ ਗੁਰੂ ਮਹਾਰਾਜ ਕਰਨਾ, ਸਾਡਾ ਵੀ ਫਰਜ਼ ਬਣਦਾ ਹੁੰਦਾ ਸਤਿਕਾਰ ਕਰਨਾ। ਮੰਨਣਾ ਨਾ ਮੰਨਣਾ, ਪੂਜਣਾ ਨਾ ਪੂਜਣਾ, ਉਹ ਇੱਕ ਵੱਖਰੀ ਗੱਲ ਹੈ। ਸਤਿਕਾਰ ਕਰਨਾ ਹੈ, ਨੁਕਤਾਚੀਨੀ ਨਹੀਂ ਕਰਨੀ। ਹੁਣ ਸਾਡੇ ਗੁਰੂਆਂ ਨੇ 15 ਭਗਤਾਂ ਦੀ ਬਾਣੀ ਲਿਆਂਦੀ, ਠੀਕ ਹੈ। ਆਖਰਕਾਰ ਉਹਨਾਂ ਦੇ ਮਨ 'ਚ ਉਹਨਾਂ ਪ੍ਰਤੀ ਪਿਆਰ ਸਤਿਕਾਰ ਸੀ ਤਾਂ ਹੀ ਲਿਆਂਦੀ ਨਾ। ਸਾਡਾ ਵੀ ਫਰਜ਼ ਬਣਦਾ ਹੈ, ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਦਰਜ ਕੀਤੀ ਗਈ ਹੈ, ਅਸੀਂ ਵੀ ਮਨ 'ਚ ਉਹਨਾਂ ਦਾ ਸਤਿਕਾਰ ਕਰੀਏ। ਫਿਰ 11 ਭੱਟ ਸਨ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਦਰਜ ਕੀਤੀ ਗਈ। 7 ਬਲਵੰਡ ਸਨ ਅਤੇ ਬਾਬਾ ਸੁੰਦਰ ਜੀ ਸਨ, ਉਹਨਾਂ ਦੀ ਬਾਣੀ ਦਰਜ ਕੀਤੀ। ਸਾਡੇ ਲਈ ਸਾਰੇ ਹੀ ਸਤਿਕਾਰਯੋਗ ਹਨ, ਕਿਉਂਕਿ ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਜ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਇਹ 35 ਦੇ 35 ਮਹਾਂਪੁਰਖਾਂ ਨੂੰ ਆਪਣੇ ਆਪ ਹੀ ਮੱਥਾ ਟੇਕਿਆ ਜਾਂਦਾ। ਤਾਂ ਮੈਂ ਕਹਿਣਾ ਹੁੰਦਾ, ਜਦ ਤੁਸੀਂ ਗੁਰਦੁਆਰੇ ਪਾਠ ਕਰਾਉਣ ਲਈ ਗੁਰੂ ਮਹਾਰਾਜ ਨੂੰ ਘਰ ਲਿਆਉਣੇ ਨਾ, ਤੁਹਾਡੇ ਸਿਰ 'ਤੇ ਇੱਕ ਨਹੀਂ ਬੈਠਾ, 35 ਬੈਠੇ ਨੇ। ਤੁਸੀਂ 35 ਨੂੰ ਸਤਿਕਾਰ ਸਹਿਤ ਸਿਰ 'ਤੇ ਚੱਕ ਕੇ ਲੈ ਕੇ ਆਏ। ਕਿਸੇ ਨੂੰ ਸਿਰ ਮੱਥੇ 'ਤੇ ਬਿਠਾਉਣ ਤੋਂ ਭਾਵ ਬਹੁਤ ਸਤਿਕਾਰ ਕਰਨਾ। ਸੋ ਇੱਕ ਨੂੰ ਨਹੀਂ ਤੁਸੀਂ ਲੈ ਕੇ ਆ ਰਹੇ, 35 ਨੂੰ ਲੈ ਕੇ ਆ ਰਹੇ ਹੋ। ਉਹ ਸਿਰ ਹੀ ਕਿੱਡੇ ਭਾਗਾਂ ਵਾਲਾ ਹੈ ਜਿਹੜਾ ਗੁਰੂ ਮਹਾਰਾਜ ਨੂੰ ਲੈ ਕੇ ਆਉਂਦਾ ਅਤੇ ਫਿਰ ਛੱਡ ਕੇ ਆਉਂਦਾ ਹੈ। ਭਾਗਾਂ ਵਾਲਾ ਸਿਰ ਹੈ। ਮੇਰਾ ਜਿਹੜਾ ਭਤੀਜਾ ਸੀ ਉਹ ਬਹੁਤ ਸ਼ਰਾਬ ਪੀਂਦਾ ਸੀ। ਉਹਦੇ ਬਾਪ ਨੇ ਅਖੰਡ ਪਾਠ ਘਰ ਰਖਾਉਣਾ ਸੀ। ਮੁੰਡਾ ਕਹਿੰਦਾ ਮੈਂ ਸਰੂਪ ਲੈ ਕੇ ਆਵਾਂਗਾ। ਉਹ ਕਹਿੰਦੇ ਇੱਥੋਂ ਮੀਲ 1.5 ਮੀਲ ਗੁਰਦੁਆਰਾ ਦੂਰ ਹੈ, ਤੂੰ ਪੀ ਪੀ ਕੇ ਕੰਡਮ ਹੋ ਗਿਆ, ਡੇਗ ਦੇਂਗਾ ਤੂੰ।
ਕਹਿੰਦਾ ਨਹੀਂ, ਤੁਸੀਂ ਪਾਵੇ ਨੂੰ ਹੱਥ ਪਾਈ ਰੱਖਿਓ, ਮੇਰੇ ਮਗਰ ਮਗਰ ਮੈਂ ਲੈ ਕੇ ਜਾਵਾਂਗਾ। ਉਹ ਕਹਿੰਦਾ ਚਲ ਸ਼ੁਕਰ ਹੈ, ਲੈ ਠੀਕ ਠਾਕ ਲੈ। ਉਹ 48 ਘੰਟੇ ਨਹੀਂ ਸੁੱਤਾ ਮੁੰਡਾ, ਸੇਵਾ ਕਰਦਾ ਰਿਹਾ ਜਾਂ ਕੋਲ ਬੈਠ ਕੇ ਪੜ੍ਹ ਸੁਣਦਾ ਰਿਹਾ। ਵਾਪਸ ਜਾਂਦਿਆਂ ਕਹਿੰਦਾ ਮੈਂ ਹੀ ਛੱਡ ਕੇ ਆਉਣੀ, ਫਿਰ ਛੱਡਣ ਵੀ ਚਲਿਆ ਗਿਆ। ਕਈ ਸਾਲ ਫਿਰ ਸ਼ਰਾਬ ਛੱਡ ਵੀ ਦਿੱਤੀ। ਪਰ ਸਮੱਸਿਆ ਇਹ ਹੈ ਕਿ ਜਿੰਨਾ ਚਿਰ ਅਸੀਂ ਸੰਗਤ ਨਹੀਂ ਛੱਡਦੇ, ਉਹਨਾਂ ਚਿਰ ਬੁਰਾਈ ਛੱਡਣੀ ਮੁਸ਼ਕਿਲ ਹੈ। ਅਗਰ ਅਸੀਂ ਉਹਨਾਂ ਹੀ ਬੁਰੇ ਲੋਕਾਂ 'ਚ ਰਹਿਣਾ ਹੈ, ਫਿਰ ਬੁਰਾਈ ਛੱਡਣੀ ਔਖੀ ਹੁੰਦੀ। ਫਿਰ ਕੋਈ ਮਾਈ ਦਾ ਲਾਲ ਹੀ ਛੱਡਦਾ ਹੈ, ਹਾਂ, ਫਿਰ ਕੋਈ ਛੱਡਦਾ। ਬੁਰਾਈ ਛੱਡਣੀ ਉਦੋਂ ਹੀ ਸੌਖੀ ਹੁੰਦੀ ਜਦੋਂ ਬੁਰੇ ਬੰਦਿਆਂ ਦਾ ਸਾਥ ਛੱਡ ਦਿਓ, ਚੰਗਿਆਂ ਦਾ ਸਾਥ ਕਰਨ ਲੱਗ ਜਾਓ, ਫਿਰ ਬੁਰਾਈ ਯਾਦ ਨਹੀਂ ਹੈਗੀ, ਹੌਲੀ 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 ਖਤਮ ਹੋ ਜਾਏਗੀ। ਸੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਇੰਨਾ ਉਸ 'ਤੇ ਅਸਰ ਕੀਤਾ। ਸੋ ਇਹ ਤਾਂ ਭਾਗਾਂ ਵਾਲੇ ਘਰ ਹੁੰਦੇ ਨੇ ਜਿਨ੍ਹਾਂ ਦੇ ਘਰ 'ਚ ਗੁਰੂ ਆਉਂਦਾ ਹੈ ਜਾਂ ਗੁਰੂ ਰਹਿੰਦੇ ਹਨ। ਭਾਗਾਂ ਵਾਲੇ ਉਹ ਸਿਰ ਨੇ ਜਿਹੜੇ ਚੱਕ ਕੇ ਲਿਆਉਂਦੇ ਸਰੂਪ ਨੂੰ। ਇਸ ਲਈ ਕਹਿੰਦੇ ਸਤਿਗੁਰ ਆਪਣਾ ਸਦਾ ਸਦਾ ਸੰਭਾਰੇ, ਗੁਰ ਕੇ ਚਰਨ ਕੇ ਸੰਗ ਚਾਰੇ। ਜਾਗ ਰੇ ਮਨ ਜਾਗਨ ਹਾਰੇ, ਬਿਨ ਹਰ ਅਵਰ ਨ ਆਵਸ ਕੰਮ, ਝੂਠਾ ਮੋਹ ਮਿਥਿਆ ਪਸਾਰੇ। ਹੇ ਮਨਾ, ਹੈ ਤੂੰ ਜਾਗਣ ਵਾਲਾ ਹੀ, ਪਰ ਅਗਿਆਨਤਾ ਦੀ ਨੀਂਦ ਤੂੰ ਸੁੱਤਾ ਹੋਇਆ। ਹੇ ਜਾਗਣ ਹਾਰੇ ਮਨ, ਤੂੰ ਜਾਗ ਜਾਗ। ਤੇ ਕਰਨਾ ਕੀ ਹੈ? ਯਾਦ ਰੱਖ, ਬਿਨ ਹਰ ਅਵਰ ਨ ਆਵਸ ਕੰਮ। ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰੇ ਕਿਸੇ ਨੇ ਕੰਮ ਨਹੀਂ ਆਉਣਾ। ਝੂਠਾ ਮੋਹ ਮਿਥਿਆ ਪਸਾਰੇ। ਇਹ ਜਿਹੜਾ ਸਾਰਾ ਪਸਾਰਾ ਤੈਨੂੰ ਵਿਖਾਈ ਦੇ ਰਿਹਾ ਸੰਸਾਰ ਦਾ, ਇਹ ਤੇ ਝੂਠਾ ਮੋਹ ਹੈ, ਇਹ ਤੇ ਮਿਥਿਆ ਹੈ, ਨਾਸਵਾਨ ਹੈ। ਇਹ ਸਦਾ ਨਹੀਂ ਰਹਿਣਾ। ਤੇਰੇ ਕੰਮ ਆਉਣਾ ਪਰਮਾਤਮਾ ਦਾ ਨਾਮ। ਤੂੰ ਜਾਗ ਤੇ ਪਰਮਾਤਮਾ ਦਾ ਨਾਮ ਜਪ। ਰਹਾ ਗੁਰ ਕੀ ਬਾਣੀ ਸਿਉ ਰੰਗ ਲਾਏ। ਰੰਗ ਹੁੰਦਾ ਪਿਆਰ। ਜਿਹੜਾ ਗੁਰੂ ਦੀ ਬਾਣੀ ਨੂੰ ਪਿਆਰ ਕਰਦੇ ਨਾ, ਕਈ ਬੰਦੇ ਬੜੇ ਪਿਆਰ ਨਾਲ ਪੜ੍ਹਦੇ ਨੇ, ਬੜੇ ਪਿਆਰ ਨਾਲ ਗਾਉਂਦੇ ਨੇ। ਜਿਹੜਾ ਕਹਿੰਦੇ ਗੁਰੂ ਦੀ ਬਾਣੀ ਨੂੰ ਪਿਆਰ ਕਰਦਾ ਹੈ, ਗੁਰ ਕਿਰਪਾਲ ਹੋਏ ਦੁੱਖ ਜਾਏ। ਗੁਰੂ ਮਹਾਰਾਜ ਉਸ 'ਤੇ ਕਿਰਪਾਲੂ ਹੋ ਜਾਂਦੇ ਨੇ, ਫਿਰ ਉਹਦਾ ਦੁੱਖ ਖਤਮ ਹੋ ਜਾਂਦਾ ਹੈ। ਸੋ ਬਾਣੀ ਨੂੰ ਪਿਆਰ ਸਹਿਤ ਪੜ੍ਹਨਾ। ਜਦੋਂ ਅਸੀਂ ਪਿਆਰ ਸਹਿਤ ਪੜ੍ਹਾਂਗੇ, ਸਾਡਾ ਪਾਠ ਵੀ ਕਾਫੀ ਹੱਦ ਤੱਕ ਸ਼ੁੱਧ ਹੋ ਜਾਏਗਾ। ਕਿਉਂਕਿ ਜਿਹਨੂੰ ਅਸੀਂ ਪਿਆਰ ਕਰਦੇ ਹਾਂ, ਅਸੀਂ ਨਹੀਂ ਚਾਹੁੰਦੇ ਕਿ ਅਸੀਂ ਗਲਤ ਮਲਤ ਪਾਠ ਕਰਕੇ ਆਪਣੇ ਪਿਆਰੇ ਨੂੰ ਨਾਰਾਜ਼ ਕਰ ਲਈਏ। ਆਪਣੇ ਵੱਲੋਂ ਸ਼ੁੱਧ ਪਾਠ ਕਰਨ ਦੀ ਕੋਸ਼ਿਸ਼ ਕਰਨੀ ਜੀ, ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਕੋਈ ਨਹੀਂ ਸੁਣ ਰਿਹਾ ਜੀ, ਨਿਬੇੜ ਦਿਓ ਕੰਮ ਜੀ। ਹਾਂ, ਜਿਹੋ ਜਿਹਾ ਆਇਆ ਕਰ ਦਿਓ ਜੀ। ਮੈਂ ਇੱਕ ਵਾਰੀ ਪਿੰਡ ਗਿਆ, 2 ਭਾਈ ਭੋਗ ਪਾ ਰਹੇ ਨੇ। ਇੱਕ ਦਾ ਪਾਠ ਤੇ ਠੀਕ ਹੈ, ਇੱਕ ਉਹ ਜੀ ਕੋਈ ਦੇਸੀ ਨਾਲ ਬਿਠਾਇਆ ਹੋਇਆ ਸੀ। ਮੈਂ ਕਿਹਾ ਵੀ ਆਹ ਵੀ ਪੜ੍ਹ ਕੇ ਬਿਠਾਇਆ। ਹੁਣ ਇਹੋ ਜਿਹੇ ਤੇ ਕੀਤਾ ਹੋਇਆ ਪਾਠ ਕੀ ਰੰਗ ਲਾਏਗਾ, ਜਿਹਨਾਂ ਨੂੰ ਭੋਗ ਦੇ ਪੱਤਰੇ ਹੀ ਨਹੀਂ ਪੜ੍ਹਨੇ ਆਉਂਦੇ ਹਨ। ਇੱਕ ਠੀਕ ਪੜ੍ਹ ਰਿਹਾ, ਦੂਜਾ ਗਲਤ ਪੜ੍ਹ ਰਿਹਾ। ਉਹ ਜਿਹੜਾ ਠੀਕ ਪੜ੍ਹ ਰਿਹਾ ਉਹ ਵੀ ਉਹਦੇ ਵੱਲ ਵੇਖਦਾ ਵੀ ਤੂੰ ਕੀ ਪੜ੍ਹ ਰਿਹਾ। ਮੈਨੂੰ ਪਤਾ ਨਹੀਂ, ਐਵੇਂ ਨਾ 5ਵਾਂ ਟਾਇਰ ਸਮਝ ਕੇ ਲੈ ਜਾਂਦਾ, ਚੱਲ ਗੁਜ਼ਾਰੇ ਜੋਗਾ। ਪਰ ਪਿੰਡਾਂ 'ਚ ਚੱਲ ਰਿਹਾ, ਉੱਥੇ ਕਿਹੜਾ ਕੋਈ ਅੱਗੇ ਪਾਠੀ ਬੈਠਾ ਜਿਹੜਾ ਸੁਣਨ ਵਾਲਾ ਹੈ। ਜੇ ਤਾਂ ਸਾਡੀ ਸੰਗਤ ਬੈਠੀ ਹੋਵੇ, ਭਜਾ ਦੇ ਵਿਚਾਲੇ, ਥੋੜ ਜਾਓ ਇਹ ਤੂੰ ਪੜ੍ਹ ਕਰ। ਜਿਵੇਂ ਜਿੱਥੇ ਮੈਡਮ ਦੂਆ ਲੱਗੇ ਹੋਏ ਨੇ, ਗੁਰੂ ਤੇਗ ਬਹਾਦਰ ਸਕੂਲ, ਉਹਨਾਂ ਅਖੰਡ ਪਾਠ ਕਰਾਉਣਾ। ਗੁਰਦੁਆਰਾ ਵੱਲ ਤਾਂ ਸਾਡੇ ਵਾਲੇ ਕੋਲ ਵੇਲ ਨਹੀਂ ਹੋਣਾ, ਕੁਦਰਤੀ ਹਨ, ਉਹਨੂੰ ਕਰਾ ਲਓ। ਉਹ ਗੁਰਦੁਆਰਾ ਕਚਹਿਰੀ ਮਾਸਟਰਾਂ ਨੂੰ ਕਿਹੜਾ ਆਉਂਦਾ ਕੋਈ ਪਾਠ ਪੁੱਠ, ਉਹਨੇ ਇੱਕ ਦੇਸੀ ਜਿਹਾ ਭੇਜਤਾ,
ਅੱਗੇ ਮੈਂ ਨਾ ਦੂਆ ਬੈਠਾ ਸੀ ਸੁਣ ਰਿਹਾ, ਉਹ ਪੈ ਗਏ ਬਾਅਦ 'ਚ ਉਹਨੂੰ ਕਹਿ ਤੂੰ ਪਾਠੀ ਥੋੜ੍ਹਾ ਹੀ ਆ, ਤੈਨੂੰ ਐਵੇਂ ਫੜ ਕੇ ਭੇਜ ਦਿੱਤਾ। ਜਦੋਂ ਫਿਰ ਉਹ ਆਇਆ ਜਿਹਦੀ ਸੀ ਜ਼ਿੰਮੇਵਾਰੀ, ਉਹ ਕਹਿੰਦੇ ਵੀ ਆ ਕਿ ਇਹਨੂੰ ਕਿੱਥੇ ਭੇਜਿਆ ਜੀ? ਕਹੇ ਜੀ ਸਾਨੂੰ ਕੋਈ ਪਾਠੀ ਨਹੀਂ ਸੀ ਮੇਰਾ, ਅਸੀਂ ਡੰਗ ਸਾਰਨ ਲਈ ਭੇਜਤਾ ਸੀ। ਕਹਿੰਦੇ ਇੱਥੇ ਨਹੀਂ ਚੱਲੇਗਾ ਡੰਗ ਡੁੰਗ, ਜਿੱਥੇ ਕਿਸੇ ਨੂੰ ਅੱਗੇ ਕੁਛ ਨਹੀਂ ਆਉਂਦਾ ਉੱਥੇ ਠੀਕ ਹੈ ਜੋ ਮਰਜ਼ੀ ਪੜ੍ਹੀ ਜਾਓ। ਅੱਗੋਂ ਪੜ੍ਹਿਆ, ਪਿੱਛੋਂ ਪੜ੍ਹਿਆ, ਵਿੱਚੋਂ ਵਿੱਚੋਂ ਤੇਰੇ ਦਰਸ਼ਨ ਕਰਿਆ, ਇਹ ਐਵੇਂ ਨਹੀਂ ਬਣਿਆ, ਕਿਤੇ ਜ਼ਰੂਰ ਵਾਪਰਿਆ, ਕਿਤੇ ਨਾ ਕਿਤੇ ਜ਼ਰੂਰ ਵਾਪਰਿਆ ਹੈ। ਖਾਸ ਕਰਕੇ ਸਹਿਜ ਪਾਠਾਂ 'ਚ ਵਾਪਰਦਾ। ਮੈਂ 300 ਸ਼ਬਦ ਤੱਕ ਪੜ੍ਹ ਲਿਆ, ਜਾਂਦਿਆਂ 350 ਲਿਖ ਗਿਆ, ਹੋ ਗਿਆ ਜੀ। ਅਗਲੇ ਦਿਨ 350 ਤੋਂ ਲੈ 500 ਸ਼ਬਦ ਕੀਤਾ, ਜਾਂਦਿਆਂ 550 ਲਿਖ ਗਿਆ। ਇਸ ਤਰ੍ਹਾਂ ਚੱਲਿਆ ਹੁਣੇ ਤਾਂ ਹੀ ਗੱਲ ਚੱਲਦੀ ਨਾ ਵੀ ਕਿਹੜਾ ਇਹਨਾਂ ਪਤਾ ਕਿੰਨੇ ਸ਼ਬਦ ਛੱਡੇ, ਕਿੰਨੇ ਸ਼ਬਦ ਲਿਖ ਕੇ ਜਾਣ, ਕਾਪੀ 'ਤੇ ਲਿਖ ਹੀ ਜਾਣਾ। ਅਗਲਾ ਆਇਆ ਉਹਨੇ 100 ਕੁ ਪੜ੍ਹਿਆ, 150 ਲਿਖ ਲਿਆ, ਨਿਬੜੇ ਕੰਮ ਜੀ। ਗੁਰੂ ਮਹਾਰਾਜ ਕਿਰਪਾ ਕਰ। ਬਾਣੀ ਨੂੰ ਚਲੋ ਠੀਕ ਹੈ, ਜਿਹੋ ਜਿਹੀ ਸਾਨੂੰ ਆਉਂਦੀ ਪੜ੍ਹਨੀ ਤਾਂ ਅਸੀਂ ਉਹੇ ਜਿਹੀ ਹੋਈ ਨਾ, ਪਰ ਫਿਰ ਵੀ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ। ਜੇ ਇੱਕ ਪਹਿਲੀ ਦਾ ਬੱਚਾ ਜੋੜ ਜੋੜ ਕੇ ਸ਼ੁੱਧ ਪੜ੍ਹ ਰਿਹਾ ਤਾਂ ਅਸੀਂ 10ਵੀਂ 12ਵੀਂ ਪਾਸ ਕਿਉਂ ਨਹੀਂ ਪੜ੍ਹ ਸਕਦੇ? ਇਹ ਗਵਾਹ ਬੈਠੇ ਜਿਹੜੇ ਪਾਠੀ ਇੱਥੇ ਹੈ, ਹੁਣ ਪਾਠ ਸਿੱਖ ਰਹੇ ਨੇ, ਦੂਜੀ 'ਚ ਹੁਣ ਚੜਿਆ, ਉਹ ਇੱਕ ਜਮਾਤ ਹੀ ਪਾਸ ਹੋਇਆ ਨਾ, ਇੱਕ ਜਮਾਤ ਪਾਸ ਹੈ, ਮੁੰਡਾ ਜੋੜ ਜੋੜ ਕੇ ਪੜ੍ਹ ਰਿਹਾ, ਬਿਲਕੁਲ ਸ਼ੁੱਧ ਪਾਠ ਕਰ ਰਿਹਾ ਹੈ। BA MA ਵਾਲੇ ਗਲਤ ਕਰ ਰਹੇ ਨੇ। ਇਹਦਾ ਮਤਲਬ ਜੇ ਪਹਿਲੀ ਵਾਲਾ ਸ਼ੁੱਧ ਪਾਠ ਕਰ ਸਕਦਾ ਤਾਂ ਵੱਧ ਜਮਾਤਾਂ ਵਾਲਾ ਵੀ ਕਿਉਂ ਨਹੀਂ ਕਰ ਸਕਦਾ? ਉਹ ਲਾਪਰਵਾਹ ਹੈ ਬਸ, ਕਿਸੇ ਕੋਈ ਦਿਲਾਵਾ ਨਹੀਂ ਵੇਖ ਰਿਹਾ। ਹੁਣ ਜਿਹੜਾ ਜੋੜ ਕੇ ਪੜ੍ਹ ਰਿਹਾ ਉਹ ਤਾਂ ਦਿਲਾਵਾ ਵੇਖੂਗਾ ਵੀ ਲੱਗੇ ਤੇ ਲੱਗਾ, ਕਿਉਂਕਿ ਜੋੜ ਕੇ ਪੜ੍ਹ ਰਿਹਾ ਹੈ। ਜੇ ਛੋਟੇ ਬੱਚੇ ਕੱਕਾ ਰਾ ਰਾ, ਹਾਂਜੀ ਕਰ, ਮੰਮਾ ਰਾ ਰਾ ਮਾਰ, ऐसे बोलते मगर फिर पढ़ो ਬਈ, ਜੋੜ ਜੋੜ ਕੇ ਪੜ੍ਹੋ। ਜੋੜ ਜੋੜ ਕੇ ਪੜ੍ਹਨ ਨਾਲ ਪਾਠ ਸ਼ੁੱਧ ਹੋ ਜਾਂਦਾ। ਜੇ ਤੁਸੀਂ ਚਾਹੁੰਦੇ ਤੁਹਾਡਾ ਪਾਠ ਸ਼ੁੱਧ ਹੋਵੇ ਜਿਵੇਂ ਪਹਿਲੀ ਦੂਜੀ ਵਾਲੇ ਪੜ੍ਹਦੇ ਨਾ, ਇਸ ਲਈ ਪੜ੍ਹਨਾ ਪਏਗਾ, ਅੱਜੇ ਹੀ ਸ਼ੁੱਧ ਹੋ ਜਾਏਗਾ। ਬਾਕੀ ਜਿਹੜੀ ਕਿਤਾਬ ਦੇ ਜਿੱਥੇ ਡਾਊਟ ਹੋਵੇ, ਕਿਤਾਬ ਤੁਹਾਨੂੰ ਦਿੱਤੀ ਹੈ ਉੱਥੋਂ ਵੇਖ ਲਓ। ਪਰ ਦੁੱਖ ਮੈਨੂੰ ਉਦੋਂ ਹੁੰਦਾ ਹੈ ਵੀ 10 ਸਾਲ ਹੋ ਗਏ 60 ਸਫ਼ਿਆਂ ਨੂੰ, ਕਿਤਾਬ ਦਿੱਤੀ ਨੂੰ ਵੀ 2 ਸਾਲ ਹੋ ਗਏ, ਉਹ 60 ਸਫ਼ੇ ਹੀ ਨਹੀਂ ਆਉਂਦੇ, ਉਹੀ ਨਹੀਂ ਸ਼ੁੱਧ ਆਉਂਦੇ, ਬਾਕੀ ਕਿੰਨੇ ਕਿੱਥੋਂ ਆਉਣਗੇ? ਦੁੱਖ ਮੈਨੂੰ ਉਦੋਂ ਜੇ ਮੈਂ ਬੈਠਾ ਹੋਣਾ, ਮੈਂ ਸੁਣਦਾ, ਮੈਂ ਯਾਰ ਕੁਛ ਨਹੀਂ, ਇਹ ਲੋਕ ਮਿਹਨਤੀ ਨਹੀਂ ਹੈਗੇ, ਇਹ ਠੂੰ ਠੱਪ ਕਰਨ ਵਾਲੇ ਹਨ। ਅਤੇ ਗੁਰੂ ਮਹਾਰਾਜ ਫਿਰ ਸਾਡੀ ਨੀਅਤ ਨੂੰ ਵੇਖ ਲੈਂਦੇ ਹਨ ਵੀ ਸਾਨੂੰ ਸ਼ੌਕ ਤਾਂ ਹੈ ਨਹੀਂ, ਅਸੀਂ ਬਸ ਐਵੇਂ ਰਸਮ ਪੂਰੀ ਕਰ ਰਹੇ ਹਾਂ। ਜੇ ਸ਼ੌਕ ਹੋਵੇ, ਚੀਜ਼ ਕੋਲ ਹੈ, ਕਿਤਾਬ ਕੋਲ ਹੈ, ਪੜ੍ਹੋ। ਜਿੱਥੋਂ ਕੋਈ ਡਾਊਟ ਲੱਗਦਾ ਉਸ ਕਿਤਾਬ ਤੋਂ ਵੇਖੋ, ਆਪਣੇ 60 ਸਫ਼ੇ ਦੇ ਘੱਟ ਤੋਂ ਘੱਟ ਸ਼ੁੱਧ ਕਰ ਲਓ, ਜਿਹੜੇ ਹਰ ਵਾਰੀ 15 ਦਿਨਾਂ ਬਾਅਦ ਪੜ੍ਹਦੇ ਨੇ। ਕਈ ਵਾਰੀ ਸਵੇਰੇ ਜੇ ਭੋਗ ਪੈ ਰਿਹਾ ਹੁੰਦਾ, ਪਹਿਲਾਂ ਅੱਜ 10-15 ਮਿੰਟ ਪਹਿਲਾਂ, 7:30 ਪਹਿਲਾਂ ਦੇਖਦਾ ਵੀ ਨਹੀਂ, ਐ ਨਹੀਂ ਗੱਲ ਹੈ, ਸ਼ੁੱਧ ਨਹੀਂ ਹੁੰਦਾ ਪਾਠ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਪੰਜਾਬ ਦੇ ਲੋਕ ਤਾਂ ਉਂਝ ਹੀ ਮਿਹਨਤ ਨਹੀਂ ਕਰਦੇ, ਮੈਂ ਹੁਣ ਆਪਣੇ ਪਾਠੀਆਂ ਤੋਂ ਕੀ ਉਮੀਦ ਕਰਾਂ ਮਿਹਨਤ ਕਰਨੀ। ਆ ਜਿੰਨੇ ਪੇੜ ਪਾਠੀ ਨੇ, ਇੱਕ ਨੂੰ ਪੁੱਛ ਲਓ ਵੀ ਤੂੰ ਸਾਰਾ ਇੱਕ ਵਾਰੀ ਪਾਠ ਕਿਤਾਬ ਅਨੁਸਾਰ ਕਰ ਲਿਆ? ਨੋ, ਮੈਂ ਆਪਣੇ 200 ਦਾ ਧਿਆਨ ਰੱਖ ਕੇ ਪਾਠ ਕਰਨਾ। 1.5 ਸਾਲ ਦੇ ਵਿੱਚ ਔਰ ਇੱਕ ਸਹਿਜ ਪਾਠ ਵੀ ਕਿਤਾਬ ਅਨੁਸਾਰ ਨਹੀਂ ਕੀਤਾ, ਪੜ੍ਹ ਕਿੱਥੋਂ ਸ਼ੁੱਧ ਹੋਏਗਾ? ਬਸ ਠੀਕ ਹੈ, ਚੱਲ ਰਿਹਾ ਵੀ ਬਾਬਾ ਜੀ ਨੇ ਕਿਹੜਾ ਹਰ ਵਕਤ ਕੋਲ ਬਹਿਣਾ। ਅੰਦਰ ਸ਼ੌਕ ਨਹੀਂ ਹੈ, ਇਸ ਲਈ ਗੁਰੂ ਦੀ ਖੁਸ਼ੀ ਨਹੀਂ ਮਿਲਦੀ ਹੈ। ਉਂਝ ਚਾਹੁੰਦੇ ਹਾਂ ਸੱਚੇ ਪਾਤਸ਼ਾਹ ਮੇਰਾ ਆਹ ਕੰਮ ਕਰ ਦੇ, ਮੇਰਾ ਉਹ ਕਰ ਦੇ, ਹਾਲਾ ਕਰ ਮੈਂ ਜਾਣਦਾ ਤੈਨੂੰ, ਤੂੰ ਠੂ ਠੱਪ ਕਰਨ ਵਾਲਾ ਬੰਦਾ। ਜਿਹੋ ਜਿਹੀ ਨੀਅਤ ਹੁੰਦੀ ਨਾ ਬੰਦੇ ਦੀ, ਉਹਦੇ ਅਨੁਸਾਰ ਹੀ ਫਲ ਮਿਲਿਆ ਕਰਦਾ। ਸੋ ਗੁਰੂ ਮਹਾਰਾਜ ਕਹਿੰਦੇ, ਗੁਰ ਕੀ ਬਾਣੀ ਸਿਉ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਜਾਏ। ਜਦੋਂ ਤੁਸੀਂ ਪਿਆਰ ਨਾਲ ਬਾਣੀ ਪੜ੍ਹੋਗੇ, ਗੁਰੂ ਮਹਾਰਾਜ ਤੁਹਾਡੇ ਕਿਰਪਾਲੂ ਹੋ ਜਾਣਗੇ, ਤੁਹਾਡਾ ਦੁੱਖ ਹੀ ਖਤਮ ਹੋ ਜਾਏਗਾ। ਦੁੱਖ ਕਿਹੜਾ ਹੈ? ਜੰਮਣ ਮਰਨ ਦਾ ਦੁੱਖ ਹੈ। ਜੰਮਣ ਮਰਨ ਤੋਂ ਤੁਸੀਂ ਰਹਿਤ ਹੋ ਜਾਓਗੇ, ਬਸ ਨਿਬੜਿਆ ਕੰਮ।
गुर की बाणी स्यों रंग लाए, गुर की बाणी स्यों रंग लाए, गुर की बाणी स्यों रंग लाए, गुर की बाणी स्यों रंग लाए। गुर कृपाल होए दुख जाए, गुर कृपाल होए दुख जाए, गुर कृपाल होए ਅੱਗੇ ਕਹਿੰਦੇ ਗੁਰ ਬਿਨ ਦੂਜਾ ਨਾਹੀ ਥਾਂ, ਗੁਰ ਦਾਤਾ ਗੁਰ ਦੇਵੈ ਨਾਮ। ਕਹਿੰਦੇ ਮੈਨੂੰ ਤਾਂ ਗੁਰੂ ਤੋਂ ਬਿਨਾਂ ਹੋਰ ਕੋਈ ਓਟ ਆਸਰਾ ਹੀ ਨਹੀਂ ਹੈ, ਮੇਰੇ ਲਈ ਕੋਈ ਹੋਰ ਦੂਜਾ ਥਾਂ ਹੀ ਨਹੀਂ ਜਿੱਥੇ ਮੈਨੂੰ ਕੋਈ ਓਟ ਆਸਰਾ ਮਿਲੇ, ਕਿਉਂਕਿ ਗੁਰ ਦਾਤਾ ਹੈ, ਗੁਰੂ ਦਾਤਾ ਹੈ, ਗੁਰ ਦੇਵੈ ਨਾਮ, ਗੁਰੂ ਨਾਮ ਦੀ ਦਾਤ ਦਿੰਦਾ ਹੈ। ਸਭ ਤੋਂ ਵੱਡੀ ਦਾਤ ਨਾਮ ਦੀ ਦਾਤ ਗਿਣੀ ਗਈ ਹੈ ਕਿ ਲੈ ਸੱਜਣਾ ਤੈਨੂੰ ਮਿਲ ਗਈ ਨਾਮ, ਹੁਣ ਤੂੰ ਇਹਨੂੰ ਜਪੀ ਜਾ, ਤੈਨੂੰ ਰਿਧੀਆਂ ਸਿੱਧੀਆਂ ਨੌ ਨਿਧੀਆਂ ਸਭ ਕੁਛ ਪ੍ਰਾਪਤ ਹੋ ਜਾਏਗਾ। ਮਾਇਆ ਤੇਰੇ ਅੱਗੇ ਪਿੱਛੇ ਫਿਰੇਗੀ, ਤੂੰ ਜੋ ਬੋਲ ਦਿਆ ਕਰੇਂਗਾ ਉਹ ਸੱਚ ਹੋ ਜਾਏਗਾ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਇਸ ਲਈ ਨਾਮ ਦੀ ਦਾਤ ਸਭ ਤੋਂ ਵੱਡੀ ਦਾਤ ਹੁੰਦੀ ਹੈ ਕਿ ਲੈ ਸੱਜਣਾ ਤੈਨੂੰ ਨਾਮ ਦਿੱਤੇ ਹੀ ਸੰਸਾਰ ਦੀ ਜੋ ਵੀ ਮੰਗ ਹੈ ਤੇਰੀ ਉਹ ਇਸ ਦੇ ਵਿੱਚ ਹੀ ਹੈ। ਬਸ ਨਾਮ ਜਪੀ ਜਾ, ਬਸ ਫਿਰ ਤੂੰ ਮਨ 'ਚ ਖਿਆਲ ਰਹੇਗਾ, ਲਿਆਏਂਗਾ ਤਾਂ ਵੀ ਤੇਰੀ ਇੱਛਾ ਪੂਰੀ ਹੋ ਜਾਏਗੀ। ਇਸ ਲਈ ਕਹਿੰਦੇ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਗੁਰੂ ਰੱਬ ਰੂਪ ਹੁੰਦਾ। ਗੁਰੂ ਅਤੇ ਪਰਮਾਤਮਾ ਦੇ 'ਚ ਕੋਈ ਫਰਕ ਨਹੀਂ ਹੁੰਦਾ। ਗੁਰੂ ਮਹਾਰਾਜ ਆਪ ਹੀ ਪਾਰ ਬ੍ਰਹਮ ਹਨ, ਆਪ ਹੀ ਪਰਮੇਸ਼ਰ ਹਨ, ਭਾਵ ਉਹਦਾ ਹੀ ਰੂਪ ਹਨ। ਕਿਉਂਕਿ ਪਰਮਾਤਮਾ ਜਦੋਂ ਬੋਲਦਾ ਹੈ ਸਾਨੂੰ ਨਹੀਂ ਪਤਾ, ਕੋਈ ਰੂਹ ਆ ਗਈ ਹੈ ਸਪੋਜ਼ ਕਰੋ, ਉਹ ਬੋਲਦੀ ਹੈ ਨਾ ਤਾਂ ਤੁਹਾਨੂੰ ਦਿਸਣੀ ਹੈ, ਨਾ ਹੁਣ ਉਹ ਬੋਲੇ ਤੁਹਾਨੂੰ ਸੁਣਨਾ, ਨਹੀਂ ਸੁਣਨਾ। ਰੂਹ ਜਦੋਂ ਬੋਲਦੀ ਹੈ ਸਾਨੂੰ ਨਹੀਂ ਸੁਣਦਾ, ਜਦੋਂ ਉਹ ਕੁਛ ਕਹਿੰਦੀ ਹੈ ਪਤਾ ਨਹੀਂ ਸਾਨੂੰ ਲੱਗਦਾ, ਕਿਉਂਕਿ ਸਾਨੂੰ ਦਿਸਦੀ ਨਹੀਂ ਹੈ। ਪਰਮਾਤਮਾ ਕਿਉਂਕਿ ਦਿਸਦਾ ਨਹੀਂ ਹੈ, ਇਸ ਲਈ ਪਰਮਾਤਮਾ ਵੀ ਆ ਜਾਏ ਤੇ ਉਹ ਕੋਈ ਆ ਕੇ ਮੈਨੂੰ ਕੋਈ ਗੱਲ ਕਹੇ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਇਹ ਪਰਮਾਤਮਾ ਆਇਆ ਤੇ ਕੀ ਕਹਿੰਦਾ, ਮੈਨੂੰ ਪਤਾ ਹੀ ਨਹੀਂ ਲੱਗਣਾ। ਕਿਉਂਕਿ ਜਿੰਨਾ ਚਿਰ ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹਦੀ ਉਹਨਾਂ ਚਿਰ ਪਤਾ ਨਹੀਂ ਲੱਗਣਾ ਕੌਣ ਆਇਆ ਹੈ। ਇਸ ਲਈ ਹੁਣ ਪਰਮਾਤਮਾ ਨੇ ਸੰਸਾਰ ਨੂੰ ਸੁਨੇਹਾ ਦੇਣਾ ਆਪਣਾ, ਉਹ ਇਸ ਤਰ੍ਹਾਂ ਸੁਨੇਹਾ ਦੇ ਨਹੀਂ ਸਕਦਾ ਕਿ ਸੰਸਾਰ ਨੂੰ ਪਤਾ ਲੱਗੇ। ਇਸ ਲਈ ਸੰਸਾਰ 'ਤੇ ਗੁਰੂ ਭੇਜਦਾ ਹੈ ਕਿ ਜੋ ਮੇਰਾ ਸੁਨੇਹਾ ਸੰਸਾਰ ਦੇ ਲੋਕਾਂ ਨੂੰ ਜਾ ਕੇ ਦਿਓ, ਅਤੇ ਉਹ ਫਿਰ ਪਰਮਾਤਮਾ ਦਾ ਸੁਨੇਹਾ ਆ ਕੇ ਸਾਡੀ ਬੋਲੀ ਜਾ ਕੇ ਦਿੰਦੇ ਹਨ। ਉਹ ਸਰੀਰ ਧਾਰਨ ਕਰਦੇ ਨੇ, ਫਿਰ ਸਾਡੀ ਬੋਲੀ ਸਾਨੂੰ ਸੁਨੇਹਾ ਦਿੰਦੇ, ਕਿਉਂਕਿ ਪਰਮਾਤਮਾ ਨੂੰ ਸਾਰੀਆਂ ਬੋਲੀਆਂ ਆਉਂਦੀਆਂ। ਗੁਰੂ ਨਾਨਕ ਦੇਵ ਜੀ ਜਦੋਂ ਗਏ ਪਰਮਾਤਮਾ ਨੂੰ ਮਿਲਣ, ਪਰਮਾਤਮਾ ਪੰਜਾਬੀ 'ਚ ਬੋਲਿਆ ਸੀ, ਅੰਗਰੇਜ਼ੀ 'ਚ ਨਹੀਂ ਸੀ ਬੋਲਿਆ। ਈਸਾ ਮਸੀਹ ਚਲੇ ਜਾਂਦੇ ਤਾਂ ਉਹਨਾਂ ਨੇ ਅੰਗਰੇਜ਼ੀ 'ਚ ਬੋਲਣਾ ਸੀ ਪਰਮਾਤਮਾ ਨੂੰ, ਮੁਹੰਮਦ ਸਾਹਿਬ ਚਲੇ ਜਾਂਦੇ ਉਹਨਾਂ ਨੇ ਅਰਬੀ 'ਚ ਬੋਲਣਾ ਸੀ। ਪਰਮਾਤਮਾ ਨੂੰ ਸਾਰੀਆਂ ਬੋਲੀਆਂ ਹੀ ਆਉਂਦੀਆਂ ਹੁੰਦੀਆਂ। ਪਰਮਾਤਮਾ ਬੋਲਦਾ ਹੈ, ਤਾਂ ਹੀ ਗੁਰਬਾਣੀ ਕਹਿੰਦੇ ਹਾਂ ਆਪੋਂ ਬੋਲਣਾ ਜਾਣਦਾ ਸਭ ਕਹਿਆ ਹੁਕਮ। ਇਹ ਤਾਂ ਪਰਮਾਤਮਾ ਨੇ ਕਹਿੰਦਾ ਜੋ ਮੈਨੂੰ ਹੁਕਮ ਕੀਤਾ ਮੈਂ ਤਾਂ ਉਹ ਕਿਹਾ, ਮੈਨੂੰ ਨਹੀਂ ਆਉਂਦਾ। ਇਸ ਲਈ ਰੱਬੀ ਬਾਣੀ ਹੈ, ਪਰ ਗੁਰੂ ਮਹਾਰਾਜ ਦੇ ਮੁਖਾਰ ਬਿੰਦ ਤੋਂ ਆਈ, ਇਸ ਲਈ ਆਪਾਂ ਗੁਰਬਾਣੀ ਕਹਿੰਦੇ ਹਾਂ। ਸਾਡੇ ਲਈ ਗੁਰਬਾਣੀ ਹੈ, ਗੁਰੂ ਮਹਾਰਾਜ ਲਈ ਰੱਬੀ ਬਾਣੀ ਹੈ। ਉਹ ਤਾਂ ਕਹਿੰਦੇ ਜਿਵੇਂ ਸਾਨੂੰ ਪਰਮਾਤਮਾ ਕਹਿੰਦਾ ਤਾਂ ਉਵੇਂ ਕਰਦੇ। ਜਦੋਂ ਬ੍ਰਹਮ ਗਿਆਨ ਹੋ ਜਾਂਦਾ ਅੰਦਰੋਂ ਆਪਣੀ ਮਰਜ਼ੀ ਖਤਮ ਹੋ ਜਾਂਦੀ ਹੈ। ਮਨੁੱਖ ਕੋਈ ਵੀ ਆਪਣੀ ਮਰਜ਼ੀ ਨਾਲ ਕੰਮ ਨਹੀਂ ਕਰਦਾ, ਜੋ ਪਰਮਾਤਮਾ ਕਹਿੰਦਾ ਉਹ ਕਰਦਾ ਹੈ। ਇੱਕ ਵਾਰੀ ਗੁਰੂ ਨਾਨਕ ਤੇਜ਼ ਤੇ ਤੁਰੇ ਜਾ ਰਹੇ ਨੇ,
ਮਰਦਾਨਾ ਜੀ ਬਾਬਾ ਜੀ ਅੱਜ ਕਿੱਥੇ ਜਾ ਰਹੇ ਹੋ? ਤੇ ਕਹੇ ਜਿੱਥੇ ਪਰਮਾਤਮਾ ਲੈ ਜਾਏਗਾ। ਆਪਣੀ ਮਰਜ਼ੀ ਨਾਲ ਨਹੀਂ ਕਿਤੇ ਗਏ, ਜਿੱਥੇ ਜਿੱਥੇ ਪਰਮਾਤਮਾ ਨੇ ਕਿਹਾ ਉੱਥੇ ਉੱਥੇ ਚਲੇ ਗਏ। ਬ੍ਰਹਮ ਗਿਆਨੀ ਜਦੋਂ ਹੁੰਦਾ ਹੈ, ਉਹਦਾ ਜਿਹੜਾ ਆਪਣੀ ਸੋਚ ਹੈ, ਆਪਣਾ ਮਨ ਹੈ, ਉਹ ਖਤਮ ਹੋ ਜਾਂਦਾ ਹੈ, ਉਹਦੀ ਆਪਣੀ ਮਰਜ਼ੀ ਖਤਮ ਹੋ ਜਾਂਦੀ ਹੈ। ਇਸ ਲਈ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਗੁਰੂ ਆਪ ਹੀ ਪਾਰ ਬ੍ਰਹਮ ਹੈ, ਪਰਮੇਸ਼ਰ ਹੈ, ਉਹਦਾ ਰੂਪ ਹੈ। 8 ਪਹਿਰ ਨਾਨਕ ਗੁਰ ਜਾਪ, ਹੇ ਭਾਈ 8 ਪਹਿਰ ਗੁਰੂ ਦਾ ਜਾਪ ਕਰੋ, ਗੁਰੂ ਦਾ ਆਦਰ ਮਾਣ ਸਤਿਕਾਰ ਕਰੋ, ਯਾਦ ਕਰਦੇ ਰਹੋ। ਆਸਾ ਮਹਿਲਾ ਪੰਜਵਾਂ। ਆਪੇ ਪੇੜ ਬਿਸਥਾਰੀ ਸ਼ਾਖ, ਆਪਣੀ ਖੇਤੀ ਆਪੇ ਰਾਖ। ਪਰਮਾਤਮਾ ਪੇੜ ਹਿੰਦੀ ਦਾ ਸ਼ਬਦ ਹੈ ਦਰਖਤ, ਜਿਹਨੂੰ ਆਪਾਂ ਕਹਿੰਦੇ ਦਰਖਤ। ਪਰਮਾਤਮਾ ਇੱਕ ਦਰਖਤ ਦੀ ਨਿਆਈ ਹੈ। ਬਿਸਥਾਰੀ ਸ਼ਾਖ, ਆ ਜਿਹੜੀ ਸਾਰੀ ਸ੍ਰਿਸ਼ਟੀ ਬਣਾਈ ਹੈ, ਇਹ ਉਹਦੀ ਟਹਿਣੀਆਂ ਨੇ, ਐ ਸਮਝੋ ਉਹਦੀ ਟਹਿਣੀਆਂ ਨੇ। ਪਰਮਾਤਮਾ ਸਮਝੋ ਇੱਕ ਦਰਖਤ ਹੈ, ਜਿਹੜੀਆਂ ਟਹਿਣੀਆਂ ਨੇ ਇਹ ਸਾਰੇ ਉਸਨੇ ਸਾਰਾ ਵਿਸਥਾਰ ਕੀਤਾ ਹੋਇਆ ਹੈ। ਆਪਣੀ ਖੇਤੀ ਆਪੇ ਰਾਖ। ਅਸੀਂ ਪਰਮਾਤਮਾ ਦੀ ਖੇਤੀ ਹਾਂ, ਕਿਉਂਕਿ ਪਰਮਾਤਮਾ ਨੇ ਸਾਨੂੰ ਬਣਾਇਆ ਹੈ, ਅਸੀਂ ਉਹਦੀ ਖੇਤੀ ਹਾਂ। ਉਹ ਕਿਸਾਨ ਹੈ, ਆਪਣੀ ਖੇਤੀ ਦਾ ਆਪ ਖਿਆਲ ਰੱਖਦਾ ਹੈ। ਇਹ ਨਹੀਂ ਕਿ ਪਰਮਾਤਮਾ ਸਾਡਾ ਖਿਆਲ ਨਹੀਂ ਰੱਖਦਾ, ਅਸੀਂ ਪਰਮਾਤਮਾ ਤੋਂ ਮੁਨਕਰ ਹੋ ਗਏ ਹਾਂ। ਅਸੀਂ ਪਰਮਾਤਮਾ ਨੂੰ ਮੰਨਦੇ ਹੀ ਨਹੀਂ ਹੈਗੇ। ਬਹੁਤ ਸਾਰੇ ਕਰੋੜਾਂ ਲੋਕ ਨੇ ਜਿਹੜੇ ਕਹਿੰਦੇ ਕੋਈ ਰੱਬ ਰੂਬ ਨਹੀਂ ਹੈਗਾ। ਉਹ ਕਹਿ ਚੰਗਾ ਭਾਈ, ਹੈ ਤਾਂ ਤੁਸੀਂ ਮੇਰੀ ਖੇਤੀ ਹੀ, ਪਰ ਤੁਸੀਂ ਕਹਿੰਦੇ ਅਸੀਂ ਤਾਂ ਆਪਣੀ ਰਾਖੀ ਆਪ ਕਰਾਂਗੇ। ਚੰਗਾ ਭਾਈ, ਕਰਦੇ ਰਹੋ, ਕਰਦੇ ਰਹੋ। ਅਸੀਂ ਪਰਮਾਤਮਾ ਦੀ ਖੇਤੀ ਹਾਂ, ਪਰਮਾਤਮਾ ਸਾਡੀ ਰੱਖਿਆ ਕਰਦਾ ਹੈ। ਜਦ ਕਤ ਪੇਖੋਂ ਏਕ ਹੈ ਉਹੀ, ਘਟ ਘਟ ਅੰਤਰ ਆਪੇ ਸੋਈ। ਪੇਖੋਂ ਮੈਂ ਦੇਖਦਾ ਹਾਂ, ਜਦ ਕਤ ਜਿੱਥੇ ਕਿਤੇ ਵੀ ਮੈਂ ਵੇਖਦਾ, ਮੈਨੂੰ ਤਾਂ ਉਹ ਇੱਕ ਪਰਮਾਤਮਾ ਹੀ ਦਿਸਦਾ ਹੈ, ਉਹੀ ਹੈ ਸਭ ਸਾਹਮਣੇ। ਘਟ ਘਟ ਅੰਤਰ, ਘਟ ਕਹਿੰਦੇ ਸਰੀਰ ਨੂੰ, ਉਹ ਪਰਮਾਤਮਾ ਆਪ ਹੀ ਹਰ ਇੱਕ ਸਰੀਰ ਦੇ ਵਿੱਚ ਬੈਠਾ ਹੋਇਆ ਹੈ। ਇਸ ਲਈ ਮੈਂ ਜਿੱਥੇ ਕਿਤੇ ਦੇਖਦਾ, ਮੈਨੂੰ ਤਾਂ ਕਹਿੰਦੇ ਪਰਮਾਤਮਾ ਹੀ ਦਿਸਦਾ। ਆਪੇ ਸੂਰ ਕਿਰਨ ਵਿਸਥਾਰ, ਸੂਰ ਸੂਰਜ ਨੂੰ ਕਹਿੰਦੇ ਨੇ। ਪਰਮਾਤਮਾ ਆਪ ਹੀ ਸੂਰਜ ਹੈ ਅਤੇ ਆਪ ਹੀ ਉਸਨੇ ਕਿਰਨਾਂ ਫੈਲਾਈਆਂ ਹੋਈਆਂ ਹਨ। ਆਪ ਹੀ ਸੂਰਜ ਹੈ, ਆਪ ਹੀ ਉਹਦੀ ਕਿਰਨਾਂ ਹਨ। ਸੋਈ ਗੁਪਤ ਸੋਈ ਆਕਾਰ, ਉਹ ਗੁਪਤ ਰੂਪ ਵਿੱਚ ਵੀ ਹੈ ਕਿਉਂਕਿ ਦਿਖਾਈ ਨਹੀਂ ਦਿੰਦਾ। ਆਹ ਸਾਰਾ ਜੋ ਆਕਾਰ ਹੈ ਪਰਮਾਤਮਾ ਦੇ, ਉਹ ਆਕਾਰ ਵੀ ਹੈ, ਉਹ ਨਿਰੰਕਾਰ ਵੀ ਹੈ, ਉਹ ਆਕਾਰ ਵੀ ਹੈ, ਉਹੀ ਹੈ। ਸਰਗੁਣ ਨਿਰਗੁਣ ਥਾਪੈ ਨਾਮ, ਉਹਦਾ ਨਾਮ ਕਿਤੇ ਤੇ ਸਰਗੁਣ ਹੈ, ਕਿਤੇ ਨਿਰਗੁਣ ਹੈ। ਜਦੋਂ ਵਿਖਾਈ ਦਿੰਦਾ ਫਿਰ ਸਰਗੁਣ ਹੈ, ਨਹੀਂ ਵਿਖਾਈ ਦਿੰਦਾ ਫਿਰ ਨਿਰਗੁਣ ਹੈ, ਉਹਦਾ ਹੀ ਨਾਮ। ਦੋ, ਇਹਨੂੰ ਦੋ ਪੜ੍ਹਨਾ। ਦੋ ਮਿਲ ਏਕੈ ਕੀਨੋ ਠਾਂ, ਪਰ ਇਹ ਸਰਗੁਣ ਦੇ ਨਿਰਗੁਣ ਸਰੂਪ ਇੱਕ ਥਾਂ 'ਤੇ ਨੇ। ਭਾਵ ਪਰਮਾਤਮਾ ਦੇ ਹੀ ਇਹ ਦੋਨੋਂ ਸਰੂਪ ਨੇ, ਅੱਡ ਅੱਡ ਨਹੀਂ ਹੈਗੇ ਇਹ, ਉਹ ਇਹ ਦੋਨੋਂ ਇੱਕੋ ਥਾਂ 'ਤੇ ਹੀ ਨੇ। ਭਾਵ ਇੱਕ ਪਰਮਾਤਮਾ ਦੀ ਇਹ ਦੋ ਨਾਮ ਨੇ, ਇੱਕ ਸਰਗੁਣ ਇੱਕ ਨਿਰਗੁਣ। ਕਹੋ ਨਾਨਕ ਗੁਰ ਭ੍ਰਮ ਭਉ ਖੋਇਆ, ਜੇ ਤੇ ਰਾਰਾ ਹੁੰਦਾ ਪੂਰਾ ਫਿਰ ਸੀ ਭਰਮ। ਉਹ ਸੀ ਪੰਜਾਬੀ ਦਾ ਸ਼ਬਦ, ਇਹ ਹੈ ਹਿੰਦੀ ਦਾ ਸ਼ਬਦ ਭ੍ਰਮ। ਹਿੰਦੀ ਕਹਿੰਦੇ ਆਪ ਕੋ ਭ੍ਰਮ ਹੋ ਗਿਆ ਹੈ, ਵੀ ਤੁਹਾਨੂੰ ਸ਼ੰਕਾ ਹੋ ਗਿਆ, ਤੁਹਾਨੂੰ ਡਾਊਟ ਹੋ ਗਿਆ। ਕਹੋ ਨਾਨਕ ਗੁਰ ਭ੍ਰਮ ਭਉ ਖੋਇਆ, ਆਨੰਦ ਰੂਪ ਸਭ ਨੈਣ ਅਲੋਇਆ। ਨੈਣ ਹੁੰਦੀਆਂ ਅੱਖਾਂ, ਅਲੋਇਆ ਮੈਨੇ ਦੇਖਿਆ। ਜਦੋਂ ਗੁਰੂ ਨੇ ਕਹਿੰਦੇ ਅੰਦਰ ਉਹ ਭਰਮ ਦਾ ਪਰਦਾ ਲਾਹਤਾ, ਭਰਮ ਦਾ ਪਰਦਾ ਹੀ ਲਾਹ ਦਿੱਤਾ ਨਾ, ਫਿਰ ਕਹਿੰਦੇ ਜਿੱਧਰ ਨੂੰ ਮੈਂ ਵੇਖਦਾ ਅਲੋਇਆ।
ਜਿੱਧਰ ਨੂੰ ਮੈਂ ਦੇਖਦਾ ਮੈਨੂੰ ਆਨੰਦ ਸਰੂਪ ਪਰਮਾਤਮਾ ਹੀ ਦਿਸਦਾ ਹੈ। ਬਸ ਪਰਮਾਤਮਾ ਨੂੰ ਆਨੰਦ ਰੂਪ ਕਿਹਾ ਹੈ, ਉਹੀ ਕਹਿੰਦੇ ਮੈਨੂੰ ਆਪਣੀ ਅੱਖਾਂ ਨਾਲ ਦਿਸਦਾ, ਅਲੋਇਆ ਦਿਸਦਾ ਹੈ। ਆਸਾ ਮਹਿਲਾ ਪੰਜਵਾਂ। ਉਕਤ ਸਿਆਣਪ ਕਿਛੂ ਨਾ ਜਾਣ। ਉਕਤ ਉਹਦੇ ਦਲੀਲ, ਆਪਾਂ ਕਈ ਵਾਰੀ ਦਲੀਲਾਂ ਦਿੰਦੇ ਹਾਂ। ਹੇ ਪਰਮਾਤਮਾ, ਮੈਨੂੰ ਕੋਈ ਦਲੀਲ ਬਾਜ਼ੀ ਨਹੀਂ ਆਉਂਦੀ, ਮੈਨੂੰ ਕੋਈ ਸਿਆਣਪ ਨਹੀਂ ਆਉਂਦੀ। ਦਿਨ ਰੈਣ ਤੇਰਾ ਨਾਮ ਵਖਾਨਾ, ਵਖਾਨਾ ਉਹਦੇ ਉਚਾਰਨ ਕਰਨਾ। ਮੈਂ ਤਾਂ ਦਿਨ ਰਾਤ ਤੇਰਾ ਨਾਮ ਜਪਦਾ ਰਹਿਣਾ ਬਸ, ਹੋਰ ਮੈਨੂੰ ਕੋਈ ਦਲੀਲ ਬਾਜ਼ੀ ਨਹੀਂ ਆਉਂਦੀ, ਮੇਰੇ ਕੋਈ ਸਿਆਣਪ ਨਹੀਂ ਮੇਰੇ ਅੰਦਰ, ਮੈਂ ਤਾਂ ਬਸ ਤੇਰਾ ਨਾਮ ਜਪਦਾ ਰਹਿਣਾ। ਬੰਦਾ ਕਿਤਨਾ ਵੀ ਅਗਿਆਨੀ ਕਿਉਂ ਨਾ ਹੋਵੇ, ਜੇ ਕਿਤੇ ਨਾਮ ਜਪਣ ਲੱਗ ਜਾਏ ਉਹ ਸਮਾਂ ਪਾ ਕੇ ਗਿਆਨਵਾਨ ਹੋ ਜਾਂਦਾ ਹੈ, ਕਿਉਂਕਿ ਨਾਮ ਦੇ ਵਿੱਚ ਸਭ ਕੁਛ ਹੈ। ਖਿਆਲ ਰੱਖਣਾ, ਨਾਮ ਦੇ ਵਿੱਚ ਸਭ ਕੁਛ ਹੈ। ਨਾਮ ਮਨੁੱਖ ਨੂੰ ਗਿਆਨਵਾਨ ਬਣਾਉਂਦਾ ਹੈ, ਨਾਮ ਮਨੁੱਖ ਦੀ ਸੋਚ ਉੱਚੀ ਕਰਦਾ ਹੈ। ਇੰਨੀ ਸੋਚ ਉੱਚੀ ਕਰ ਦਿੰਦਾ ਕਿ ਪਰਮਾਤਮਾ ਦੀ ਸੋਚ ਅਤੇ ਮਨੁੱਖ ਦੀ ਸੋਚ ਇਕਸਾਰ ਹੋ ਜਾਂਦੇ ਹਨ। ਇਸ ਲਈ ਕਹਿੰਦੇ ਦਿਨ ਰੈਣ, ਰੈਣ ਦੀ ਰਾਤ, ਮੈਂ ਦਿਨ ਰਾਤ ਤੇਰਾ ਨਾਮ ਜਪਦਾ ਹਾਂ। ਮੈਂ ਨਿਰਗੁਣ, ਗੁਣ ਨਾ ਹੀ ਕੋਏ। ਹੇ ਪਰਮਾਤਮਾ, ਮੈਂ ਤੇ ਨਿਰਗੁਣਿਆਰਾ ਹਾਂ, ਮੈਂ ਤੇ ਗੁਣਹੀਨ ਹਾਂ, ਮੇਰੇ ਅੰਦਰ ਕੋਈ ਗੁਣ ਨਹੀਂ ਹੈ। ਕਰਨ ਕਰਾਵਨ ਹਾਰ ਪ੍ਰਭ ਸੋਏ। ਕਰਨ ਵਾਲਾ ਅਤੇ ਕਰਾਉਣ ਵਾਲਾ ਤੇ ਉਹ ਪਰਮਾਤਮਾ ਹੀ ਹੈ। ਉਹੀ ਕਰਨ ਵਾਲਾ ਹੈ, ਉਹੀ ਜੀਵਾਂ ਤੋਂ ਕਰਵਾਉਣ ਵਾਲਾ ਹੈ। ਤਾਂ ਹੀ ਕਹਿੰਦੇ ਜਿਤ ਜਿਤ ਲਾਵੋ ਤਿਤ ਤਿਤ ਲਗਨ। ਜਿਸ ਜਿਸ ਪਾਸੇ ਪਰਮਾਤਮਾ ਨੇ ਕਿਸੇ ਜੀਵ ਨੂੰ ਲਾਇਆ ਹੋਇਆ ਹੈ ਉਹ ਉਸੇ ਪਾਸੇ ਲੱਗਦਾ ਹੈ। ਉਹਨੇ ਹੁਣ ਕਿਸੇ ਨੂੰ ਚੰਗੇ ਪਾਸੇ ਅਤੇ ਕਿਸੇ ਨੂੰ ਮੰਦੇ ਪਾਸੇ ਕਿਉਂ ਲਾਇਆ ਬਈ? ਹਾਲਾਂਕਿ ਉਹ ਚੰਗਾ ਰੱਬ ਹੈ ਜੀ। ਵੀ ਹੁਣ ਚੋਰ ਨੂੰ ਵੀ ਗੁਰਬਾਣੀ ਕਹਿੰਦੇ ਪਰਮਾਤਮਾ ਨੇ ਲਾਇਆ ਚੋਰੀਆਂ ਕਰਨ, ਸਾਧ ਨੂੰ ਲਾਇਆ ਤੂੰ ਭਜਨ ਬੰਦਗੀ ਕਰ ਬਈ। ਵੀ ਚੰਗਾ ਪਰਮਾਤਮਾ, ਕਿਸੇ ਨੂੰ ਚੰਗੇ ਪਾਸੇ ਲਾਤਾ, ਕਿਸੇ ਨੂੰ ਮੰਦੇ ਪਾਸੇ ਲਾਤਾ। ਨਹੀਂ, ਪਰਮਾਤਮਾ ਸਾਡੇ ਪਿਛਲੇ ਜਨਮਾਂ ਦੇ ਕਰਮ ਵੇਖਦਾ, ਉਹ ਕਰਮਾਂ ਦੇ ਅਨੁਸਾਰ ਅੱਗੇ ਸਾਨੂੰ ਡਿਊਟੀ ਦਿੰਦਾ ਹੈ ਵੀ ਤੂੰ ਆਹ ਡਿਊਟੀ ਕਰਨੀ ਹੈ, ਤੂੰ ਆਹ ਕਰਨੀ ਹੈ, ਤੂੰ ਆਹ ਕਰਨੀ। ਬਸ ਉਹ ਜਿਵੇਂ ਜਿਵੇਂ ਨੇ ਡਿਊਟੀਆਂ ਕਰਮਾਂ ਅਨੁਸਾਰ ਲਾਈਆਂ ਹੋਈਆਂ ਉਵੇਂ ਉਵੇਂ ਅਸੀਂ ਕਰ ਰਹੇ ਹਾਂ। ਮੈਂ ਕੋਈ ਆਪਣੀ ਮਰਜ਼ੀ ਨਾਲ ਪਾਠ ਸਿਖਾਉਣ ਨਹੀਂ ਸੀ ਲੱਗਾ, ਮੈਨੂੰ ਤਾਂ ਚਿੱਤ ਚੇਤਾ ਵੀ ਨਹੀਂ ਸੀ, ਸੱਚੀ ਗੱਲ ਮੈਨੂੰ ਤਾਂ ਚਿੱਤ ਚੇਤਾ ਵੀ ਨਹੀਂ ਸੀ ਮੈਂ ਇਸ ਤਰ੍ਹਾਂ ਪਾਠ ਸਿਖਾਵਾਂਗਾ, ਇਸ ਤਰ੍ਹਾਂ ਕਥਾ ਕਰੇਗਾ। ਮੈਂ ਤਾਂ ਆਪਣੀ ਟਿਊਸ਼ਨਾਂ ਕਰਦਾ ਸੀ। ਸਕੂਲੋਂ ਆ ਕੇ 5 ਵਜੇ ਮੈਂ ਪਹੁੰਚਦਾ ਸੀ, ਚਲੋ ਮੂੰਹ ਹੱਥ ਧੋਤਾ, ਚਾਹ ਪਾਣੀ ਪੀਤਾ, 6 ਵਜੇ ਤੋਂ ਲੈ ਕੇ 7 ਵਜੇ ਤੱਕ ਮੈਂ ਟਿਊਸ਼ਨ ਕਰਿਆ ਕਰਦਾ। ਉਹ ਤਾਂ ਮੈਂ ਇੱਕ ਦਿਨ ਮੰਜੇ ਸਕੂਲੋਂ ਆ ਕੇ ਮੰਜੇ 'ਤੇ ਪਿਆ, ਮੈਨੂੰ ਆਵਾਜ਼ ਆਈ ਕਾਫੀ ਉੱਚੀ, ਟਿਊਸ਼ਨਾਂ ਬੰਦ ਕਰ ਦਿਓ। ਮੈਨੂੰ ਦੱਸਿਆ ਕੋਈ ਨਹੀਂ, ਪਰ ਇੰਨੀ ਮੈਨੂੰ ਸੋਝੀ ਸੀ ਕਿ ਇਹ ਕੋਈ ਦਰਗਾਹੀ ਹੁਕਮ ਹੈ। ਸ਼ਾਮ ਨੂੰ ਬੱਚੇ ਆਏ, ਉਹਦੇ ਸੀ 15 ਸਤੰਬਰ 1991 ਜਿਹਦੇ ਇਹ ਇਲਹਾਮ ਹੋਇਆ। ਬੱਚੇ ਜਦੋਂ ਸ਼ਾਮ ਨੂੰ ਮੈਨੂੰ ਕਿਹਾ ਭਾਈ ਮੈਂ ਨਾ 30 ਸਤੰਬਰ ਤੱਕ ਤੁਹਾਡੇ ਤੋਂ ਪੈਸੇ ਲਏ ਹੋਏ ਹਨ, ਮੈਂ 30 ਸਤੰਬਰ ਤੱਕ ਟਿਊਸ਼ਨ ਪੜ੍ਹਾਉਣੀ ਹੈ, ਉਦੋਂ ਬਾਅਦ ਨਹੀਂ ਪੜ੍ਹਾਉਣੀ। ਕਹਿ ਜੀ ਸਾਡਾ 1 ਮਹੀਨੇ ਦਾ ਸਿਲੇਬਸ ਰਹਿ ਗਿਆ, ਪੂਰਾ ਹੋ ਜਾਏਗਾ। ਮੈਂ ਨਹੀਂ ਭਾਈ, ਮੈਨੂੰ ਤਾਂ ਦਰਗਾਹੀ ਹੁਕਮ ਹੋ ਗਿਆ ਹੈ ਕਿ ਟਿਊਸ਼ਨਾਂ ਬੰਦ ਕਰ ਦਿਓ। ਉਹ ਕਹੇ ਜੀ ਉਹ ਕੀ ਹੁਕਮ ਹੁੰਦਾ? ਮੈਂ ਨਹੀਂ ਤੁਹਾਨੂੰ ਸਮਝਾਉਣੀ, ਬਸ ਤੁਸੀਂ 1 ਅਕਤੂਬਰ ਤੋਂ ਨਹੀਂ ਆਇਆ ਕਰਨਾ। ਚਲੋ ਨਿਬੜਿਆ ਕੰਮ, ਉਹਨੇ ਬੰਦ ਕਰਤੇ। ਪਰ ਮੇਰੇ ਮਨ 'ਚ ਰਿਹਾ ਵੀ ਗੱਲ ਕੋਈ ਹੋਰ ਹੈ। 11 ਫਰਵਰੀ 92 ਦੇ ਵਿੱਚ ਫਿਰ ਇਸਤਰੀ ਮੈਨੂੰ ਆਵਾਜ਼ ਸੁਣਾਈ ਦਿੱਤੀ, ਗੁਰੂ ਗ੍ਰੰਥ ਸਾਹਿਬ ਘਰ ਲੈ ਕੇ ਆਓ। ਮੈਂ 5 ਸਿੰਘ ਤਿਆਰ ਕੀਤੇ। ਇੱਕ ਇੱਥੇ ਬੇਰੀਆਂ ਵਾਲੇ ਹੁੰਦੇ ਸਨ, ਉਹਨਾਂ ਕੋਲ ਕਾਰ ਸੀ, ਬਾਕੀ ਸਾਡੇ 4 ਕੋਲ ਕੋਈ ਕਾਰ ਨਹੀਂ ਸੀ। ਉਹਨਾਂ ਨੂੰ ਕਿਹਾ ਚਲੋ 5 ਬੰਦੇ ਅਸੀਂ ਦੂਖਨਿਵਾਰਨ ਸਾਹਿਬ ਤੋਂ ਜਾ ਕੇ ਸਰੂਪ ਲੈਂਦੇ।
ਤਖਤ ਪੋਸ਼ ਮੇਰੇ ਕੋਲੇ ਪਹਿਲਾਂ ਹੀ ਸੀ, ਜਿਹੜੇ ਕਬਰ 'ਚ ਹੁਣ ਸੁਖ ਹਾਸਲ ਕੀਤੇ ਇੱਥੇ ਚਲੋ ਜੀ ਲਿਆ ਕੇ ਗੁਰੂ ਗ੍ਰੰਥ ਸਾਹਿਬ 'ਤੇ ਪ੍ਰਕਾਸ਼ ਕਰਦਾ ਹੈ। ਮੈਂ ਨਹੀਂ, ਮੈਂ ਪਾਠ ਤੇ ਪਹਿਲਾਂ ਵੀ ਕਰਦਾ ਸੀ, ਮੇਰੇ ਕੋਲ ਪੋਥੀਆਂ ਸਨ ਵੀ ਨਹੀਂ ਕੋਈ ਹੋਰ ਗੱਲ ਹੈ। ਅਪ੍ਰੈਲ ਦੇ ਵਿੱਚ ਜਾ ਕੇ ਫਿਰ ਇਸ ਤਰ੍ਹਾਂ ਆਵਾਜ਼ ਮੈਨੂੰ ਸੁਣਾਈ ਦਿੱਤੀ, ਸੰਗਤ ਨੂੰ ਪਾਠ ਸਿਖਾਓ ਅਤੇ ਮੁਫਤ ਸਿਖਾਓ। ਉਦੋਂ ਨਿਊ ਮਿਰ ਸਿੰਘ ਕਲੋਨੀ ਦੇ ਵਿੱਚ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਣ ਚੁੱਕੀ ਸੀ। ਮੈਂ ਸੰਡੇ ਨੂੰ ਕਹਿਣਾ ਸ਼ੁਰੂ ਕਰਤਾ, ਭਾਈ ਜਿਨ੍ਹਾਂ ਨੇ ਪਾਠ ਸਿੱਖਣਾ ਹੈ ਉਹ ਸ਼ਾਮੀ 6 ਵਜੇ ਤੋਂ ਲੈ ਕੇ 7 ਵਜੇ ਤੱਕ ਆ ਜਾ ਕਰ, ਪਾਠ ਤੁਹਾਨੂੰ ਮੁਫਤ ਸਿਖਾਇਆ ਜਾਏਗਾ। ਇਸ ਕਰਕੇ ਇਹ ਪਰਮਾਤਮਾ ਡਿਊਟੀਆਂ ਲਾਉਂਦਾ। ਜੇ ਮੈਂ ਆਪਣੀ ਮਰਜ਼ੀ ਨਾਲ ਹੋਸ਼ ਦਾ ਸਿਖਾਉਣ ਲੱਗਦਾ ਤਾਂ ਕਿਸੇ ਹੋਸ਼ ਦਾ ਮੈਂ ਵਿੱਚ ਹੀ ਛੱਡ ਜਾਂਦਾ। ਇਹ ਦਰਗਾਹੀ ਹੁਕਮ ਹੁੰਦਾ, ਡਿਊਟੀਆਂ ਲਾ ਕੇ ਪਰਮਾਤਮਾ ਭੇਜਦਾ ਹੈ। ਉਸੇ ਤਰ੍ਹਾਂ ਹੀ ਬੰਦੇ ਉਹੀ ਉਹਦੀ ਸੋਚ ਹੋ ਜਾਂਦੀ ਹੈ, ਉਸੇ ਤਰ੍ਹਾਂ ਹੁੰਦਾ, ਫਿਰ ਉਸ ਤਰ੍ਹਾਂ ਉਹ ਕਰਮ ਕਰਦਾ ਹੈ। ਤਾਂ ਹੈ ਕਰਨ ਕਰਾਵਨ ਹਾਰ ਪ੍ਰਭ ਸੋਏ, ਪਰਮਾਤਮਾ ਹੀ ਕਰਨ ਅਤੇ ਕਰਾਉਣ ਵਾਲਾ ਹੈ। ਰਹਾਓ ਮੂਰਖ ਮੁਗਧ ਅਗਿਆਨ ਅਵਿਚਾਰੀ, ਹੇ ਪਰਮਾਤਮਾ ਮੈਂ ਤੇ ਮਹਾਮੂਰਖ ਹਾਂ। ਮੂਰਖ ਮੁਗਧ ਮਹਾਮੂਰਖ ਹਾਂ। ਅਗਿਆਨ ਮੈਂ ਅਗਿਆਨੀ ਹਾਂ। ਅਵਿਚਾਰੀ ਮੈਂ ਵਿਚਾਰਹੀਨ ਹਾਂ। ਮੈਂ ਵਿਚਾਰਹੀਨ ਹਾਂ, ਮੈਂ ਅਗਿਆਨੀ ਹਾਂ, ਮੈਂ ਮਹਾਮੂਰਖ ਹਾਂ। ਪਰ ਨਾਮ ਤੇਰੇ ਕੀ ਆਸ ਮਨ ਧਾਰੀ, ਪਰ ਮੈਂ ਤੇ ਮਨ 'ਚ ਆਸ ਰੱਖੀ ਹੈ ਤੇਰੇ ਨਾਮ ਦੀ, ਵੀ ਤੇਰਾ ਜਿਹੜਾ ਨਾਮ ਹੈ ਨਾ ਬਸ ਮੇਰਾ ਇਹੀ ਸਭ ਕੁਛ ਕਰੇਗਾ। ਇਸ ਲਈ ਬੰਦਾ ਫਿਰ ਨਾਮ ਜਪਦਾ ਰਹਿੰਦਾ, ਕਿਉਂਕਿ ਉਹਨੂੰ ਨਾਮ ਦਾ ਹੀ ਓਟ ਆਸਰਾ ਹੁੰਦਾ ਹੈ। ਜਪ ਤਪ ਸੰਜਮ ਕਰਮ ਨਾ ਸਾਧਾ, ਨਾਮ ਪ੍ਰਭੂ ਕਾ ਮਨੈ, ਨਾਮ ਪ੍ਰਭੂ ਕਾ ਮਨੈ ਅਰਧ। ਨਾ ਤੇ ਮੈਂ ਕੋਈ ਜਪ ਕੀਤਾ, ਨਾ ਕੋਈ ਤਪ ਕੀਤਾ। ਸੰਜਮ ਹੁੰਦਾ ਇੰਦਰੀਆਂ 'ਤੇ ਕੰਟਰੋਲ, ਨਾ ਮੇਰਾ ਕੋਈ ਇੰਦਰੀਆਂ 'ਤੇ ਕੰਟਰੋਲ ਹੈ। ਮੈਂ ਕੋਈ ਕਰਮ ਸਾਧਾ ਮੈਨੇ ਕੀਤਾ, ਮੈਂ ਕੋਈ ਐਸਾ ਕਰਮ ਹੀ ਨਹੀਂ ਕੀਤਾ। ਮੈਂ ਕੀ ਕੀਤਾ? ਨਾਮ ਪ੍ਰਭੂ ਕਾ ਮਨੈ ਅਰਧ। ਮਨੈ ਹੁੰਦਾ ਮਨ ਵਿੱਚ, ਮੈਂ ਤੇ ਪਰਮਾਤਮਾ ਦੇ ਨਾਮ ਨੂੰ ਮਨ 'ਚ ਅਰਾਧਿਆ ਹੈ। ਪਰ ਮਨ 'ਚ ਪਰਮਾਤਮਾ ਦਾ ਨਾਮ ਜਪਿਆ ਬਸ, ਮੈਨੂੰ ਹੋਰ ਕੁਛ ਨਹੀਂ ਆਉਂਦਾ। ਕਿਉਂਕਿ ਗਿਆਨ ਹੈ ਨਾ, ਇਹ ਸਾਡੇ ਵੱਲੋਂ ਬੋਲ ਰਹੇ ਨੇ। ਗੁਰੂ ਮਹਾਰਾਜ ਬਹੁਤ ਆ ਜਿਹੜੀ ਬਾਣੀ ਵਿਚਾਰੀ ਹੈ, ਸਾਡੇ ਵੱਲੋਂ ਬੋਲ ਕੇ ਵਿਚਾਰੀ ਹੈ, ਸਾਡੀ ਹਾਲਤ ਦੱਸ ਰਹੇ। ਇਹ ਨਹੀਂ ਕਿ ਉਹਨਾਂ ਨੂੰ ਕੋਈ ਜਪ ਤਪ ਨਹੀਂ ਸੀ ਆਉਂਦਾ, ਉਹਨਾਂ ਨੂੰ ਗਿਆਨ ਸੀ ਇੰਨਾ ਕਿ ਪਰਮਾਤਮਾ ਜਿਹੜਾ ਨਾਮ ਹੈ ਨਾ ਬਸ ਇਹ ਇਸੇ 'ਚ ਹੀ ਸਾਰੇ ਜਪ ਨੇ, ਇਸੇ 'ਚ ਹੀ ਤਪ ਨੇ, ਇਸੇ 'ਚ ਹੀ ਸੰਜਮ ਨੇ, ਇਸ 'ਚ ਹੀ ਧਾਰਮਿਕ ਕਰਮ ਨੇ। ਕਿਉਂਕਿ ਇਸ ਲਈ ਨਾਮ ਨੂੰ ਜਿਹੜਾ ਜਿਵੇਂ ਕਹਿੰਦੇ ਨੇ ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ, ਇਹ ਪਰਮਾਤਮਾ ਦੇ ਨਾਮ ਵਿੱਚ ਸਭ ਕੁਛ ਹੈ। ਸਿਰਫ ਇੰਨਾ ਹੈ ਕਿ ਜਿੰਨੀ ਕੁ ਸਾਡੀ ਹੁੰਦੀ ਹੈ ਮਿਹਨਤ, ਉਹਦੇ ਅਨੁਸਾਰ ਸਾਨੂੰ ਫਲ ਮਿਲਦਾ ਹੈ। ਕਥਾ ਵਾਰਤਾ ਕਰਦੇ ਹਾਂ ਅਤੇ ਸੁਣਦੇ ਹਾਂ ਤਾਂ ਐਂ ਲੱਗਦਾ ਵੀ ਕੱਲ੍ਹ ਨੂੰ ਫੱਟੇ ਚੱਕ ਦਾਂਗੇ, ਪਰ ਜੇ ਕੱਲ੍ਹ ਚੜ੍ਹਦਾ ਫਿਰ ਗੱਲ ਹੀ ਹੋਰ ਕੋਈ ਹੁੰਦੀ ਹੈ। ਕਿਉਂਕਿ ਇਸ ਵੇਲੇ ਤਾਂ ਗੁਰੂ ਮਹਾਰਾਜ ਬੋਲ ਰਹੇ ਨੇ, ਮਨ 'ਚ ਹੁੰਦਾ ਹਾਂ ਯਾਰ ਨਾਮ 'ਚ ਹੀ ਸਭ ਕੁਛ ਹੈ। ਨਾਮ ਜਪਣ ਜੀ ਤਾਂ ਵੱਧ ਤੋਂ ਵੱਧ। ਸਵੇਰੇ ਫਿਰ ਆਪਣੇ ਕੰਮ ਧੰਦੇ ਹੋਰ ਗੱਲਾਂ ਫੁੱਲ ਫਲਾ ਜਾਂਦੇ। ਕਿਛੂ ਨ ਜਾਨਾ ਮਤ ਮੇਰੀ ਥੋਰੀ, ਬਿਨਵੰਤ ਨਾਨਕ ਓਟ ਪ੍ਰਭ ਤੋਰੀ। ਹੇ ਪਰਮਾਤਮਾ ਮੇਰੀ ਮਤ ਹੈ ਥੋੜ੍ਹੀ, ਇਸ ਲਈ ਮੈਨੂੰ ਕੋਈ ਗਿਆਨ ਨਹੀਂ। ਕਿਛੂ ਨ ਜਾਨਾ, ਮੈਂ ਕੁਝ ਨਹੀਂ ਜਾਣਦਾ ਕਿ ਮੇਰੀ ਮਤ ਹੀ ਥੋੜ੍ਹੀ ਹੈ। ਬਿਨਵੰਤ ਹੁੰਦਾ ਬੇਨਤੀ ਕਰਦਾ। ਗੁਰੂ ਮਹਾਰਾਜ ਕੇ ਮੈਂ ਬੇਨਤੀ ਕਰਦਾ ਓਟ ਪ੍ਰਭ ਤੇਰੀ, ਕਿ ਹੇ ਪਰਮਾਤਮਾ ਮੈਨੂੰ ਤਾਂ ਤੇਰੀ ਹੀ ਓਟ ਹੈ। ਓਟ ਪ੍ਰਭ ਤੋਰੀ, ਮੈਨੂੰ ਤਾਂ ਤੁਹਾਡੀ ਹੈ, ਤੁਹਾਡਾ ਹੀ ਓਟ ਆਸਰਾ ਬਸ। ਹੋਰ ਮੇਰੇ 'ਚ ਮਤ ਕੋਈ ਨਹੀਂ ਹੈਗੀ, ਮੈਨੂੰ ਕੋਈ ਗਿਆਨ ਨਹੀਂ ਹੈ, ਬਸ ਮੈਨੂੰ ਤਾਂ ਤੁਹਾਡਾ ਓਟ ਆਸਰਾ ਹੈ। ਆਸਾ ਮਹਿਲਾ ਪੰਜਵਾਂ।
ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਪਏ ਦੀਨ ਦਿਆਲਾ। ਹਰੀ ਦੇ ਦੋ ਅੱਖਰ ਨੇ, ਹਾ ਹਰ ਹਰ, ਜੇ ਵਾਹਿਗੁਰੂ ਦੇ 4 ਅੱਖਰ ਨੇ, ਰਾਮ 2 ਅੱਖਰ ਨੇ। ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਰਾਮ ਤੋਂ ਲੇਗਾ ਰਾਖ। ਕਹ ਤੂੰ ਤਾਂ 2 ਅੱਖਰ ਬੋਲੀ ਜਾ, ਬਸ ਰਾਮ 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 ਕਰੀ ਜਾ। ਜੇ ਰਾਮ ਹੋਇਆ ਤਾਂ ਆਪੇ ਤੇਰੀ ਰੱਖਿਆ ਕਰੇਗਾ। ਸਾਡਾ ਕੰਮ ਹੈ ਵਾਹਿਗੁਰੂ 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 ਕਰੀ ਜਾਣਾ। ਇਹ ਹਰੀ ਦੇ ਕਹੇ 2 ਅੱਖਰ ਨਾ, ਇਹਨੂੰ ਬਣਾ ਲੈ ਮਾਲਾ। ਮਾਲਾ ਫੜਨ ਦੀ ਲੋੜ ਨਹੀਂ ਹੈਗੀ। ਕਈ ਵਾਰੀ ਉਹ ਵਿਖਾਵਾ ਹੋ ਜਾਂਦਾ, ਲੋਕ ਵਿਖਾਵਾ ਨਹੀਂ। ਬੱਲੇ ਬੜਾ ਬੜਾ ਭਗਤ ਹੈ, ਕਿਸੇ ਨੇ ਗਲ 'ਚ ਮਾਲਾ ਪਾਈ ਹੋਏ, ਕਿਸੇ ਨੇ ਹੱਥ 'ਤੇ ਪਾਈ ਹੋਏ, ਕਿਸੇ ਨੇ ਹੱਥ 'ਚ ਫੜੀ ਹੋਈ ਹੈ। ਕਬੀਰ ਸਾਹਿਬ ਨੂੰ ਪੁੱਛਿਆ, ਕਬੀਰ ਸਾਹਿਬ ਤੁਹਾਡੇ ਕੋਲ ਜਪਣੀ ਨਹੀਂ ਹੈ, ਮਾਲਾ ਨੂੰ ਕਹਿੰਦੇ। ਉਹ ਕਹਿੰਦੇ ਪਰਮਾਤਮਾ ਦਾ ਨਾਮ ਜਿਹੜਾ ਹੈ ਬਸ ਇਹੀ ਸਾਡੇ ਲਈ ਜਪਣੀ ਹੈ। ਬਸ ਅੱਛਾ, ਰਾਮ ਰਾਮ ਕਰਦੇ ਰਹਿਣਾ। ਬਸ ਸਾਨੂੰ ਹੱਥ 'ਚ ਮਾਲਾ ਫੜਨ ਦੀ ਲੋੜ ਨਹੀਂ, ਕਿਉਂਕਿ ਫਿਰ ਮਾਲਾ ਨਾਲ ਜਪਦੇ ਮਣਕਿਆਂ ਵੱਲ ਧਿਆਨ ਹੋ ਜਾਂਦਾ। ਹਾਂ, ਜੇ ਕੋਈ ਮਹਾਂਪੁਰਖ ਗਿਣਤੀ ਦਾ ਦੇ ਦੇ ਕਿ ਭਾਈ ਤੁਸੀਂ ਇੰਨੀਆਂ ਮਾਲਾ ਰੋਜ਼ ਕਰਨੀਆਂ ਨੇ, ਮੂਲ ਮੰਤਰ ਦੀਆਂ ਜਾਂ ਕਿਸੇ ਹੋਰ ਚੀਜ਼ ਦੀਆਂ, ਉਹ ਗੱਲ ਵੱਖਰੀ ਹੈ। ਉਹ ਤਾਂ ਫਿਰ ਸਾਨੂੰ ਮਣਕਿਆਂ ਨਾਲ ਹੀ ਕਰਨਾ ਪਏਗਾ। ਨਹੀਂ ਤਾਂ ਕਹਿੰਦੇ ਇਹ 2 ਅੱਖਰ ਬੋਲੀ ਜਾਓ, ਬਸ ਇਹੀ ਮਾਲਾ ਹੈ। ਜਪਤ ਜਪਤ ਪਏ ਦੀਨ ਦਿਆਲਾ। ਜਦ ਤੁਸੀਂ ਜਪੀ ਜਾਓਗੇ ਫਿਰ ਦਿਆਲੂ ਹੈ ਪਰਮਾਤਮਾ। ਉਹ ਦੀਨਾਂ 'ਤੇ ਦਇਆ ਕਰਦਾ ਹੈ, ਕਦੋਂ ਵੀ ਸਾਡੇ 'ਤੇ ਦਇਆ ਕਰ ਦੇਗਾ, ਕਿਉਂਕਿ ਤਾਂ ਦਿਆਲੂ ਹੈ। ਕਰੋ ਬੇਨਤੀ ਸਤਿਗੁਰ ਆਪਣੀ, ਕਰ ਕਿਰਪਾ ਰੱਖੋ ਸ਼ਰਨਾਈ, ਮੋਹ ਕੋ ਦੇਹੋ ਹਰੇ ਹਰ ਜਪਨੀ। ਕਰੋ ਬੇਨਤੀ ਸਤਿਗੁਰ ਆਪਣੀ, ਮੈਂ ਗੁਰੂ ਅੱਗੇ ਆਪਣੀ ਬੇਨਤੀ ਕਰਦਾ ਕਿ ਕਰ ਕਿਰਪਾ ਰੱਖੋ ਸ਼ਰਨਾਈ। ਇਹ ਗੁਰੂ ਮਹਾਰਾਜ ਆਪਣੀ ਕਿਰਪਾ ਕਰੋ, ਮੈਨੂੰ ਆਪਣੀ ਸ਼ਰਨ 'ਚ ਰੱਖ ਲਓ। ਮੋਹ ਕੋ ਦੇਹੋ ਹਰੇ ਹਰ ਜਪਨੀ, ਮੈਨੂੰ ਪਰਮਾਤਮਾ ਦਾ ਨਾਮ ਮਾਲਾ ਦੇ ਤੌਰ 'ਤੇ ਦਿਓ। ਮਾਲਾ ਦੀ ਮੈਨੂੰ ਲੋੜ ਨਹੀਂ, ਪਰਮਾਤਮਾ ਦਾ ਨਾਮ ਹੀ ਮੇਰੇ ਲਈ ਜਪਣੀ ਹੈ। ਮਾਲਾ ਜਪਣੀ ਮਾਲਾ ਨੂੰ ਕਹਿੰਦੇ ਰਹੋ। ਹਰ ਮਾਲਾ ਉਰ ਅੰਤਰ ਧਾਰੈ, ਜਿਹੜਾ ਹਰੀ ਦੇ ਨਾਮ ਦੀ ਮਾਲਾ ਨੂੰ ਹਿਰਦੇ 'ਚ ਵਸਾ ਲੈਂਦੇ ਨੇ, ਭਾਵ ਜਿਹੜਾ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾ ਲੈਂਦਾ ਹੈ, ਫਿਰ ਨਤੀਜਾ ਕੀ ਨਿਕਲਦਾ ਹੈ? ਜਨਮ ਮਰਨ ਕਾ ਦੁੱਖ ਨਿਵਾਰੈ। ਉਹਦਾ ਜੰਮਣ ਮਰਨ ਦਾ ਦੁੱਖ ਹੀ ਖਤਮ ਹੋ ਜਾਂਦਾ ਹੈ। ਉਹ ਮੁੜ ਕੇ ਨਾ ਜੰਮੇਗਾ, ਨਾ ਮਰੇਗਾ ਅਤੇ ਨਾ ਦੁੱਖ ਭੋਗੇਗਾ, ਕਿਉਂਕਿ ਜਿਹੜਾ ਜਨਮ ਲਏਗਾ ਜ਼ਿੰਦਗੀ ਦੁੱਖ ਆਉਣੇ ਹੀ ਆਉਣੇ ਹਨ। ਪੈਗੰਬਰ ਬਣ ਕੇ ਆ ਜਾਓ, ਗੁਰੂ ਬਣ ਕੇ ਆ ਜਾਓ, ਸੰਤ ਮਹਾਤਮਾ ਬਣ ਕੇ ਆ ਜਾਓ, ਕੋਈ ਆ ਜਾਓ, ਹਰ ਇਨਸਾਨ ਨੂੰ 2 ਪੁਸ਼ਾਕਾਂ ਮਿਲੀਆਂ ਪੈਦਾ ਹੁੰਦੇ ਸਾਰ, ਦੁੱਖ ਅਤੇ ਸੁੱਖ ਦੀਆਂ। ਇਹ ਦੁੱਖ ਸੁੱਖ ਹਰ ਇਨਸਾਨ ਦੀ ਜ਼ਿੰਦਗੀ 'ਚ ਆਉਣੇ ਹੀ ਆਉਣੇ। ਨਾ ਜਨਮ ਹੋਏਗਾ, ਨਾ ਫਿਰ ਮਰਨ ਹੋਏਗਾ, ਨਾ ਫਿਰ ਦੁੱਖ ਹੋਏਗਾ। ਬਸ ਇਸ ਲਈ ਜਨਮ ਮਰਨ ਕਾ ਦੁੱਖ ਨਿਵਾਰੈ। ਨਿਵਾਰੈ ਹੁੰਦਾ ਦੂਰ ਕਰ ਦੇਣਾ। ਜਿਹੜਾ ਹਰੀ ਦੇ ਨਾਮ ਦੀ ਮਾਲਾ ਨੂੰ ਹਿਰਦੇ 'ਚ ਵਸਾ ਲੈਂਦਾ ਹੈ, ਕਹਿੰਦਾ ਜੰਮਣ ਮਰਨ ਦਾ ਦੁੱਖ ਹੀ ਖਤਮ ਹੋ ਜਾਂਦਾ। ਹਿਰਦੈ ਸੰਭਾਲੈ ਮੁਖ ਹਰ ਹਰ ਬੋਲੇ, ਸੋ ਜਨ ਇਤੁਤ ਕਤਹਿ ਨ ਡੋਲੇ। ਸੰਭਾਲੈ, ਜੋ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦਾ ਹੈ, ਮੁਖ ਹਰ ਹਰ ਬੋਲੇ, ਮੁਖੋਂ ਹਰੀ ਹਰੀ ਬੋਲਦਾ ਹੈ। ਜਿਹੜਾ ਹਿਰਦੇ ਦੇ ਵਿੱਚ ਮਨ ਕਹਿ ਕੇ ਵੀ ਪਰਮਾਤਮਾ ਨੂੰ ਯਾਦ ਕਰਦਾ ਹੈ, ਮੁਖ ਨਾਲ ਵੀ ਪਰਮਾਤਮਾ ਦਾ ਨਾਮ ਜਪਦਾ ਹੈ, ਸੋ ਜਨ, ਉਹ ਵਿਅਕਤੀ ਇਤ ਉਤ ਸਬਤ, ਇੱਥੇ ਉੱਥੇ, ਲੋਕ ਪਰਲੋਕ ਕਤੈ ਨਾ ਡੋਲੇ, ਡੋਲਦਾ ਨਹੀਂ। ਉਹਨੂੰ ਵਿਸ਼ਵਾਸ ਹੁੰਦਾ ਕਿ ਮੈਂ ਜਿਸ ਪਰਮਾਤਮਾ ਦਾ ਨਾਮ ਜਪ ਰਿਹਾ, ਉਹ ਹਰ ਥਾਂ 'ਤੇ ਮੇਰੀ ਸਹਾਇਤਾ ਕਰੇ। ਬਾਣੀ ਵੀ ਕਹਿੰਦੀ ਹੈ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਤੁਸੀਂ ਰੱਬ ਨੂੰ ਯਾਦ ਕਰੋਗੇ, ਰੱਬ ਤੁਹਾਡਾ ਮਿੱਤਰ ਬਣ ਕੇ ਤੁਹਾਡੀ ਸਹਾਇਤਾ ਕਰੇਗਾ। ਸੋ ਜਦੋਂ ਤੁਸੀਂ ਹਰ ਵਕਤ ਵਾਹਿਗੁਰੂ ਵਾਹਿਗੁਰੂ ਕਰਦੇ ਤੁਰੇ ਜਾ ਰਹੇ, ਨਾਲ ਤੁਹਾਡੇ ਰੱਬ ਤੁਰਿਆ ਜਾ ਰਿਹਾ।
ਅਤੇ ਜਿਹਦੇ ਨਾਲ ਰੱਬ ਤੁਰਿਆ ਜਾ ਰਿਹਾ ਉਹਨੂੰ ਹੋਰ ਕਿਸੇ ਦੀ ਕੀ ਲੋੜ ਹੈ ਜੀ। ਪਰ ਇੰਨਾ ਵਿਸ਼ਵਾਸ ਹੋਵੇ ਤਾਂ ਤਾਂ ਨਾ ਕਿ ਮੈਂ ਇਕੱਲਾ ਨਹੀਂ ਤੁਰਿਆ ਜਾ ਰਿਹਾ, ਮੈਂ ਇਕੱਲਾ ਨਹੀਂ ਹਾਂ, ਰੱਬ ਹੈ ਮੇਰੇ ਨਾਲ। ਤੁਸੀਂ ਮੰਨ ਲਓ ਮੂਲ ਮੰਤਰ ਦਾ ਪਾਠ ਕਰਦੇ ਜਾ ਰਹੇ ਹੋ, ਗੁਰੂ ਨਾਨਕ ਤੁਹਾਡੇ ਨਾਲ ਨੇ, ਗੱਲ ਖਤਮ ਹੋ ਗਈ, ਕੋਈ ਚਿੰਤਾ ਕਾਹਦੀ। ਚੌਪਈ ਸਾਹਿਬ ਦੇ ਪਾਠ ਕਰਦੇ ਜਾ ਰਹੇ, ਦਸਮ ਪਾਤਸ਼ਾਹ ਤੁਹਾਡੇ ਨਾਲ ਨੇ। ਵਿਸ਼ਵਾਸ ਬੜੀ ਵੱਡੀ ਚੀਜ਼ ਹੁੰਦੀ ਹੈ। ਵਿਸ਼ਵਾਸ ਜਿਹੜਾ ਨਾ ਇੱਕ ਦਿਨ ਸੱਚ ਹੋ ਕੇ ਵਿਖਾਈ ਦਿੰਦਾ ਹੈ, ਸੱਚ ਹੋ ਕੇ ਵਿਖਾਈ ਦਿੰਦਾ ਹੈ। ਇਸ ਕਰਕੇ ਜਿਹੜਾ ਕਹਿੰਦੇ ਮੁੱਖ ਨਾਲ ਹਰੀ ਹਰੀ ਬੋਲਦਾ ਹੈ, ਵਾਹਿਗੁਰੂ ਵਾਹਿਗੁਰੂ ਬੋਲਦਾ ਹੈ, ਹਿਰਦੇ 'ਚ ਵੀ ਯਾਦ ਕਰਦਾ ਹੈ, ਉਹ ਮਨੁੱਖ ਇੱਥੇ ਉੱਥੇ ਭਾਵ ਕਿਸੇ ਵੀ ਥਾਂ 'ਤੇ ਡੋਲਦਾ ਨਹੀਂ ਹੈ। ਕਹੋ ਨਾਨਕ ਜੋ ਰਾਚੈ ਨਾਏ, ਹਰ ਮਾਲਾ ਤਾਕੈ ਸੰਗ ਜਾਏ। ਹੁਣ ਇੱਥੇ ਹੈਗਾ ਜਾਏ, ਇਸ ਲਈ ਉਹਨੂੰ ਬੋਲਣਾ ਨਾਏ। ਬਿਨਾਂ ਬਿੰਦੀ ਤੋਂ ਫਾਰਸੀ ਦਾ ਸ਼ਬਦ ਹੈ, ਨਾਏ ਫਾਰਸੀ ਦਾ ਸ਼ਬਦ ਹੈ, ਨਾਏ ਹਿੰਦੀ ਪੰਜਾਬੀ ਦਾ ਸ਼ਬਦ ਹੈ। ਤਾਂ ਜੋ ਤੁਕਾਂਤ ਠੀਕ ਮਿਲ ਜਾਏ, ਹੈ ਨਾ, ਕਿ ਸੰਗ ਜਾਏ, ਜਾਏ ਉਧਰ ਨਾਏ, ਫਿਰ ਠੀਕ ਰਹੇਗਾ। ਕਹੋ ਨਾਨਕ ਜੋ ਰਾਚੈ ਨਾਏ, ਹਰ ਮਾਲਾ ਤਾਕੈ ਸੰਗ ਜਾਏ। ਜੋ ਹਰੀ ਦੇ ਨਾਮ ਨਾਲ ਰਚ ਮਿਚ ਗਿਆ ਹੈ, ਇਹ ਹਰੀ ਦੇ ਨਾਮ ਦੀ ਮਾਲਾ ਉਹਦੇ ਨਾਲ ਹੀ ਜਾਊਗੀ। ਸਰੀਰ ਤਿਆਗਣ ਤੋਂ ਬਾਅਦ ਵੀ ਇਹ ਨਾਮ ਉਹਦੇ ਨਾਲ ਹੀ ਜਾਣਾ ਹੈ। ਇੱਕੋ ਹੀ ਚੀਜ਼ ਹੈ, ਉਹ ਨੇ ਸਾਡੇ ਕਰਮ। ਜਦੋਂ ਅਸੀਂ ਸਰੀਰ ਤਿਆਗਦੇ ਹਾਂ, ਇਹ ਸਰੀਰ ਪੰਜਾਂ ਤੱਤਾਂ ਦੇ ਬਣੇ ਇੱਥੇ ਹੀ ਰਹਿ ਜਾਂਦਾ ਹੈ। ਇਸ ਦੇ ਵਿੱਚੋਂ ਇੱਕ ਸੂਖਸ਼ਮ ਸਰੀਰ ਹੂ ਬਹੂ ਇਹੋ ਜਿਹੀ ਨਿਕਲਦਾ ਹੈ। ਜਿਹੜਾ ਰੂਹਾਂ ਹੁੰਦੀਆਂ ਉਹਨਾਂ ਦਾ ਵੀ ਸੂਖਸ਼ਮ ਸਰੀਰ ਹੀ ਹੁੰਦਾ ਹੈ। ਮੰਨ ਲਓ ਗੁਰੂ ਨਾਨਕ ਦੇ ਇੱਥੇ ਆ ਕੇ ਨੇ ਕੋਈ ਗੁਰੂ ਆ ਗਿਆ, ਕੋਈ ਸੰਤ ਮਹਾਤਮਾ ਜਿਹੜੇ ਸਰੀਰ ਤਿਆਗ ਚੁੱਕੇ ਨੇ, ਉਹ ਜਦੋਂ ਇੱਥੇ ਆਉਣਗੇ ਉਹ ਸੂਖਸ਼ਮ ਰੂਪ 'ਚ ਆਉਣਗੇ, ਉਹ ਸਥੂਲ ਰੂਪ 'ਚ ਨਹੀਂ ਆਉਣਗੇ, ਉਹ ਸੂਖਸ਼ਮ ਰੂਪ 'ਚ ਆਉਣਗੇ, ਕਿ ਉਹ ਸਥੂਲ ਸਰੀਰ 'ਤੇ ਇੱਥੇ ਛੱਡ ਦਿੱਤਾ ਹੈ। ਸੂਖਸ਼ਮ ਸਰੀਰ ਦੇ ਵਿੱਚ ਦੋ ਚੀਜ਼ਾਂ ਹੋਰ ਹੁੰਦੀਆਂ, ਇੱਕ ਮਨ ਹੁੰਦਾ, ਇੱਕ ਆਤਮਾ ਹੁੰਦੀ ਹੈ। ਇਹ ਤਿੰਨੋਂ ਰਲ ਕੇ ਸਰੀਰ ਦੇ ਵਿੱਚੋਂ ਨਿਕਲ ਜਾਂਦੇ ਨੇ, ਇਹ ਨਿਕਲ ਜਾਂਦੇ ਨੇ ਸਰੀਰ। ਫਿਰ ਜਿਹੜੇ ਅਸੀਂ ਮਨ ਕਿਉਂਕਿ ਜਾਂਦਾ ਹੈ, ਜੋ ਵੀ ਅਸੀਂ ਚੰਗੇ ਮੰਦੇ ਕਰਮ ਕੀਤੇ ਸਾਡੇ ਮਨ ਵਿੱਚੋਂ ਜਮ੍ਹਾਂ ਹਨ, ਉਹ ਜਮ੍ਹਾਂ ਨੇ। ਫਿਰ ਉੱਥੇ ਧਰਮਰਾਜ ਤਾਂ ਮਨ ਨੂੰ ਵੇਖ ਰਿਹਾ ਹੈ ਵੀ ਇਹਨੇ ਕੀ ਕੀਤਾ ਕੀ ਨਹੀਂ ਕੀਤਾ, ਉਹਦੇ ਅਨੁਸਾਰ ਫਿਰ ਅੱਗੇ ਸਾਡਾ ਫੈਸਲਾ ਹੁੰਦਾ ਹੈ। ਸੋ ਸਰੀਰ ਇੱਥੇ ਰਹਿੰਦਾ, ਨਾਲ ਜਾਂਦੇ ਨੇ ਸਾਡੇ ਕਰਮ, ਚੰਗੇ ਮੰਦੇ, ਜਿਹੜੇ ਵੀ ਸਾਰੀ ਉਮਰ 'ਚ ਕਰ ਲੈਣੇ ਕਰਮ ਨਾਲ। ਜਿਹੜੇ ਕਰਮਾਂ ਦਾ ਤੇ ਭੁਗਤਾਨ ਹੋ ਗਿਆ, ਮੰਨ ਲਓ ਮੈਂ ਕਿਸੇ ਨੂੰ ਗਾਲ ਕੱਢੀ, ਉਹਨੇ ਅੱਗੋਂ ਮੈਨੂੰ ਥੱਪੜ ਮਾਰਤਾ ਜਾਂ ਗਾਲ ਕੱਢਤੀ, ਹਿਸਾਬ ਬਰਾਬਰ ਹੋ ਗਏ। ਆ ਜਿਹੜੇ ਪੋਲੀਟੀਕਲ ਬੰਦੇ ਨੇ, ਇਹਨਾਂ ਦੇ ਨਿੰਦਿਆ ਦੇ ਇਸੇ ਲਈ ਨਹੀਂ ਭਾਰ ਚੜ੍ਹਦਾ। ਅਕਾਲੀ ਕਾਂਗਰਸੀ ਨਿੰਦਿਆ ਕਰਦੇ ਨੇ, ਕਾਂਗਰਸੀ ਅਕਾਲੀ ਦੀ ਕਦੇ ਹਿਸਾਬ ਬਰਾਬਰ ਹੋ ਜਾਂਦਾ। ਜੇ ਇੱਕ ਨਿੰਦਿਆ ਕਰੇ, ਦੂਜਾ ਕੋਈ ਚੁੱਪ ਹੈ, ਤਾਂ ਫਿਰ ਉਹਨੂੰ ਤਿਆਰ ਰਹਿਣਾ ਚਾਹੀਦਾ ਵੀ ਜਾਏਗਾ ਕਿੱਥੇ। ਅਗਲੇ ਜਨਮ ਤੇਰੀ ਨਿੰਦਿਆ ਹੋਣੀ ਹੀ ਹੋਣੀ ਹੈ, ਤੇ ਉਹਨੂੰ ਸਮਝ ਨਹੀਂ ਆਉਣੀ ਮੇਰੀ ਨਿੰਦਿਆ ਕਿਉਂ ਹੋ ਰਹੀ ਹੈ, ਤੂੰ ਕੀਤੀ ਸੀ। ਅੱਗੋਂ ਉਹ ਚੁੱਪ ਰਿਹਾ, ਤੇਰਾ ਕਰਮ ਖੜਾ ਹੋ ਗਿਆ। ਮੈਂ ਚੋਰੀ ਕੀਤੀ ਅਤੇ ਫੜਿਆ ਗਿਆ, ਮੈਨੂੰ ਸਜ਼ਾ ਮਿਲ ਗਈ, ਕਰਮ ਖਤਮ ਹੋ ਗਏ, ਬਸ ਉਹ ਤਾਂ ਖਤਮ, ਉਹ ਨਹੀਂ ਨਾਲ ਜਾਣਾ, ਉਹ ਤਾਂ ਖਤਮ ਹੋ ਗਏ। ਕੁਝ ਕਰਮ ਸਾਡੇ ਨੇ ਜਿਨ੍ਹਾਂ ਦਾ ਸਾਨੂੰ ਇੱਥੇ ਫਲ ਮਿਲ ਗਿਆ, ਉਹ ਕਰਮ ਨਾਲ ਨਹੀਂ ਜਾਂਦੇ, ਉਹ ਤਾਂ ਨਿਬੜ ਗਏ। ਜਿਨ੍ਹਾਂ ਦਾ ਫਲ ਨਹੀਂ ਮਿਲਿਆ ਉਹ ਫਿਰ ਕਰਮ ਨਾਲ ਜਾਂਦੇ, ਚੰਗੇ ਵੀ ਜਾਂਦੇ, ਮੰਦੇ ਵੀ ਜਾਂਦੇ। ਸੋ ਜਿਹੜਾ ਸਿਮਰਨ ਹੈ, ਇਹ ਸਾਰੇ ਕਰਮਾਂ ਦੇ ਵਿੱਚੋਂ ਸ਼੍ਰੋਮਣੀ ਕਰਮ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਆਸਾ ਮਹਿਲਾ ਪੰਜਵਾਂ, ਜਿਸ ਕਾ ਸਭ ਕੁਛ ਤਿਸ ਕਾ ਹੋਏ, ਤਿਸ ਜਨ ਲੇਪ ਨਾ ਵਿਆਪੈ ਕੋਈ। ਜਿਹਨੇ ਸਭ ਕੁਛ ਦਿੱਤਾ ਹੋਇਆ ਹੈ, ਜਿਹੜਾ ਇਨਸਾਨ ਉਸ ਦਾ ਹੋ ਜਾਂਦਾ ਨਾ, ਉਸ ਵਿਅਕਤੀ ਨੂੰ ਮਾਇਆ ਦਾ ਲੇਪ ਹੀ ਨਹੀਂ, ਅਸਰ ਹੀ ਨਹੀਂ ਹੁੰਦਾ। ਤਿਸ ਜਨ ਲੇਪ ਨਾ ਵਿਆਪੈ ਕੋਈ। ਲੇਪ ਮਾਇਆ ਦਾ ਜਿਹੜਾ ਪ੍ਰਭਾਵ ਹੈ, ਉਸ 'ਤੇ ਫਿਰ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ।
ਮਾਇਆ ਉਸ 'ਤੇ ਅਸਰ ਨਹੀਂ ਕਰਦੀ। ਬਾਕੀ ਸਭ 'ਤੇ ਮਾਇਆ ਦਾ ਅਸਰ ਹੁੰਦਾ ਹੈ। ਹਰ ਕਾ ਸੇਵਕ ਸਦ ਹੀ ਮੁਕਤਾ, ਪਰਮਾਤਮਾ ਦਾ ਸੇਵਕ ਸਦਾ ਹੀ ਮੁਕਤਾ ਹੈ। ਉਹ ਤੇ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਉਹ ਤੇ ਜਿਉਂਦੇ ਜੀ ਹੀ ਮੁਕਤ ਹੈ। ਜੋ ਕਿਛ ਕਰੇ ਸੋਈ ਪਲ ਜਨ ਕੇ, ਅਤ ਨਿਰਮਲ ਦਾਸ ਕੀ ਜੁਗਤ। ਜੋ ਪਰਮਾਤਮਾ ਕਰਦਾ ਹੈ, ਜਿਹੜਾ ਉਹਦਾ ਜਨ ਹੈ ਉਹਨੂੰ ਭਲਾ ਕਰਕੇ ਸਮਝਦਾ ਵੀ ਪਰਮਾਤਮਾ ਨੇ ਜੋ ਕੀਤਾ ਠੀਕ ਕੀਤਾ। ਉਹ ਕਿੰਤੂ ਪਰੰਤੂ ਨਹੀਂ ਕਰਦਾ, ਐ ਨਹੀਂ ਸੀ ਹੋਣਾ ਚਾਹੀਦਾ, ਆਹ ਨਹੀਂ ਸੀ ਹੋਣਾ ਚਾਹੀਦਾ। ਜਿਵੇਂ ਪਾਕਿਸਤਾਨ ਦੇ ਵਿੱਚ ਗੁਜਰਾਤ ਸ਼ਹਿਰ ਹੈ, ਉੱਥੇ ਭਾਈ ਭਿਖਾਰੀ ਰਹਿੰਦਾ ਹੁੰਦਾ ਸੀ। ਉਹ ਵੀ ਬ੍ਰਹਮ ਗਿਆਨੀ ਸੀ। ਜਦੋਂ ਕਿਤੇ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਅਜਿਹੀ ਅਵਸਥਾ ਆਈ, ਇੱਕ ਸਿੱਖ ਪੁੱਛਦਾ ਜੀ ਬਈ ਇਸ ਅਵਸਥਾ ਦਾ ਵੀ ਕੋਈ ਹੈ ਜੋ ਦੁੱਖ ਸੁੱਖ ਇੱਕ ਸਬਰ ਹੈ? ਹਾਂ, ਕਹਿੰਦੇ ਤੂੰ ਚੱਲਿਆ ਉਹ ਤਾਂ ਪਾਕਿਸਤਾਨ ਹਿੰਦੁਸਤਾਨ ਇਕੱਠੇ ਹੁੰਦਾ ਸੀ। ਕਹਿੰਦੇ ਗੁਜਰਾਤ ਨਗਰ 'ਚ ਜਾ, ਉੱਥੇ ਭਾਈ ਭਿਖਾਰੀ ਰਹਿੰਦਾ ਹੈ। ਉਹ ਉਸ ਤੋਂ ਤੈਨੂੰ ਇਸ ਪ੍ਰਸ਼ਨ ਦਾ ਉੱਤਰ ਮਿਲੇਗਾ। ਉੱਥੇ ਚਲੇ ਗਏ। ਭਾਈ ਭਿਖਾਰੀ ਦੇ ਲੜਕੇ ਦਾ ਅਗਲੇ ਦਿਨ ਵਿਆਹ ਹੋਣਾ ਸੀ। ਇੱਕ ਪਾਸੇ ਲੱਡੂ ਜਲੇਬੀਆਂ ਮਠਿਆਈਆਂ ਤਿਆਰ ਹੋ ਰਹੀਆਂ, ਦੂਜੇ ਪਾਸੇ ਭਾਈ ਭਿਖਾਰੀ ਜਿਹੜਾ ਜਦੋਂ ਮਰ ਜਾਂਦਾ ਉਹਦੇ ਲਈ ਫੂੜੀ ਵਿਛਾਉਂਦੇ ਨੇ। ਜਿਵੇਂ ਕੋ ਆਪਾਂ ਕੋਈ ਦਰੀ ਵਿਛਾ ਕੇ ਉਹਨੂੰ ਫੂੜੀ ਕਹਿੰਦੇ, ਉਹ ਫੂੜੀ ਤਿਆਰ ਕਰ ਰਿਹਾ ਹੈ। ਉਹ ਬੰਦਾ ਸਿੱਖ ਬੜਾ ਹੈਰਾਨ ਹੈ ਵੀ ਤਾਂ ਫੂੜੀ ਤਿਆਰ ਕਰੇ ਕਿਸੇ, ਜਿਵੇਂ ਕਿਸੇ ਨੇ ਮਰਨਾ ਹੋਵੇ ਤੇ ਅਫਸੋਸ ਕਰਨ ਆ ਕੇ ਬਹਿਣਾ ਹੋਵੇ। ਇਹਦੇ ਮੁੰਡੇ ਦਾ ਵਿਆਹ ਹੈ। ਚਲੋ ਉਹਨੇ ਪੁੱਛਿਆ ਨਹੀਂ। ਅਗਲੇ ਦਿਨ ਬਰਾਤ 'ਚ ਲੈ ਗਏ ਉਸ ਨੂੰ, ਗੁਰੂ ਮਹਾਰਾਜ ਆ ਵੀ ਤਰੰਜਨਾ ਚੱਲੇ। ਬਰਾਤ ਚਲੇ ਗਿਆ, ਵਿਆਹ ਹੋ ਗਿਆ, ਸਭ ਕੁਝ ਠੀਕ ਹੋ ਗਿਆ, ਵਾਪਸ ਆ ਗਏ ਨੇ। ਰਾਤ ਨੂੰ ਲੜਕੇ ਨੂੰ ਕੁਛ ਹੋਇਆ, ਉਹ ਗਿਆ ਮਰ। ਉਹ ਜਿਹੜੀ ਸੀ ਫਿਰ ਹੁਣ ਅਫਸੋਸ ਕਰਨ ਵਾਲਾ ਆਉਣਾ ਸੀ, ਉਹਨਾਂ ਉਹੀ ਫੂੜੀ ਵਿਛਾ ਤੇ ਅਫਸੋਸ ਕਰਨ ਵਾਲਾ ਬਿਠਾ ਤਾ ਉਸਤੇ। ਸਿੱਖ ਸੋਚਦਾ ਵੀ ਇਹਨੂੰ ਪਤਾ ਸੀ ਵੀ ਮੇਰੇ ਲੜਕੇ ਨੇ ਕੱਲ੍ਹ ਨੂੰ ਮਰ ਜਾਣਾ ਹੈ। ਉਹ ਕਹਿੰਦਾ ਮਹਾਰਾਜ ਜੀ, ਇਹ ਫੂੜੀ ਵਿਛਾਉਣ ਤੋਂ ਤਿਆਰ ਕਰਨ ਤੋਂ ਮਤਲਬ ਇਹਦਾ ਤੁਹਾਨੂੰ ਪਤਾ ਸੀ ਵੀ ਤੁਹਾਡੇ ਲੜਕੇ ਨੇ ਮਰ ਜਾਣਾ? ਕਹਿੰਦੇ ਹਾਂ, ਸਾਨੂੰ ਪਤਾ ਸੀ, ਸਾਨੂੰ ਪਤਾ ਸੀ, ਵਿਆਹ ਤੋਂ ਦੂਜੇ ਦਿਨ ਇਸ ਨੇ ਮਰ ਜਾਣਾ। ਕਹਿੰਦੇ ਫਿਰ ਤੁਸੀਂ ਵਿਆਹ ਕਿਉਂ ਕੀਤਾ? ਜੋ ਤੁਹਾਨੂੰ ਪਤਾ ਸੀ ਇਹਨੇ ਵਿਆਹ ਤੋਂ ਬਾਅਦ ਮਰ ਜਾਣਾ, ਫਿਰ ਤੁਸੀਂ ਵਿਆਹ ਕਿਉਂ ਕੀਤਾ? ਕਹਿੰਦੇ ਉਹ 'ਤੇ ਸੰਯੋਗ ਲਿਖੇ ਹੋਏ ਸਨ, ਉਹ 'ਤੇ ਹੋਣੇ ਹੀ ਸੀ। ਉਹ 'ਤੇ ਸੰਯੋਗ ਲਿਖੇ ਸਨ, ਉਹ 'ਤੇ ਹੋਣੇ ਹੀ ਸੀ, ਇਸ ਲਈ ਵਿਆਹ ਵੀ ਹੋ ਗਿਆ ਹੈ। ਸਾਨੂੰ ਪਤਾ ਸੀ ਡੈਥ ਹੋ ਜਾਣੀ, ਇਸ ਲਈ ਅਸੀਂ ਤਿਆਰੀ ਸੀ। ਇੱਕ ਸਾਰ ਰਿਹਾ ਆ ਕੇ ਕਹਿੰਦਾ ਹਾਂ ਜੀ, ਮੈਨੂੰ ਦਰਸ਼ਨ ਹੋ ਗਏ। ਜਿਹੜਾ ਦੁੱਖ ਸੁੱਖ ਜੀ ਇੱਕ ਸਮਾਨ ਰਹਿੰਦਾ, ਇਹ ਕੋਈ ਬ੍ਰਹਮ ਗਿਆਨੀ ਰਹਿ ਸਕਦਾ, ਬਾਕੀ ਕਿਸੇ ਦੇ ਵੱਸ ਦਾ ਰੋਗ ਨਹੀਂ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜੋ ਕਿਛ ਕਰੈ ਸੋਈ ਪਲ ਜਨ ਕੇ, ਅਤ ਨਿਰਮਲ ਦਾਸ ਕੀ ਜੁਗਤਾ। ਪਰਮਾਤਮਾ ਜੋ ਕਰਦਾ ਹੈ, ਜਿਹੜਾ ਉਹਦਾ ਜਨ ਹੈ, ਭਗਤ ਹੈ, ਉਸ ਨੂੰ ਭਲਾ ਕਰਕੇ ਸਮਝਦਾ ਹੈ। ਜਿਹੜਾ ਦਾਸ ਹੁੰਦਾ ਪਰਮਾਤਮਾ ਦਾ, ਉਹਦੀ ਜੀਵਨ ਜੁਗਤੀ ਨਿਰਮਲ ਹੁੰਦੀ ਹੈ। ਉਹ ਸ਼ੁੱਧ ਕਰਮ ਹੁੰਦੇ ਨੇ ਉਹਦੇ। ਰਹਾਓ ਸਗਲ ਤਿਆਗ ਹਰ ਸ਼ਰਣੀ ਆਇਆ, ਤਿਸ ਜਨ ਕਹਾ ਵਿਆਪੈ ਮਾਇਆ। ਇਹਨੂੰ ਕਹਾ ਨਹੀਂ ਪੜ੍ਹਨਾ। ਕਹਾਂ ਦੇ ਦੋ ਅਰਥ ਹੁੰਦੇ ਨੇ, ਕਿੱਥੇ। ਦੂਜਾ ਅਰਥ ਹੁੰਦਾ ਹੈ ਆਖਾਂ। ਕਹਾ ਦੇ ਅਰਥ ਹੁੰਦੇ ਕੀ, ਕਿਉਂ, ਕਿਵੇਂ। ਜਦੋਂ ਅਰਥ ਹੁੰਦਾ ਕੀ, ਕਿਉਂ, ਕਿਵੇਂ, ਉਦੋਂ ਪੜ੍ਹਨਾ ਕਹਾ। ਜਦੋਂ ਕਿਹਾ ਆਵੇਗਾ ਉਸਨੇ ਕਹਾ, ਉਦੋਂ ਵੀ ਕਹਾ। ਆਖਾਂ ਕਹਾਂ, ਉਦੋਂ ਬਣਨਾ। ਸਗਲ ਤਿਆਗ ਹਰ ਸ਼ਰਣੀ ਆਇਆ। ਜਿਹੜਾ ਵਿਅਕਤੀ ਸਭ ਕੁਝ ਛੱਡ ਛੁਡਾ ਕੇ ਹਰੀ ਦੀ ਸ਼ਰਨ 'ਚ ਆ ਜਾਂਦਾ ਹੈ, ਤਿਸ ਜਨ ਕਹਾ ਵਿਆਪੈ ਮਾਇਆ। ਉਸ ਵਿਅਕਤੀ 'ਤੇ ਮਾਇਆ ਕਿਵੇਂ ਪ੍ਰਭਾਵਿਤ ਕਰ ਸਕਦੀ ਉਸ ਨੂੰ?
ਕਿਵੇਂ ਪ੍ਰਭਾਵ ਪਾ ਸਕਦੀ ਉਸ 'ਤੇ। ਨਾਮ ਨਿਦਾਨ ਜਾ ਕੇ ਮਨ ਮਾਹੇ, ਜਿਹਦੇ ਮਨ 'ਚ ਨਾਮ ਦਾ ਖਜ਼ਾਨਾ ਹੈ, ਤਿਸ ਕੋ ਚਿੰਤਾ ਸੁਪਨੇ ਨਾ ਹੈ। ਹੁਣ ਤਾਂ ਸੁਪਨੇ 'ਚ ਕੋਈ ਚਿੰਤਾ ਨਹੀਂ, ਕਿਉਂਕਿ ਨਾਮ ਨੇ ਉਹਦੀ ਹਰ ਥਾਂ 'ਤੇ ਸਹਾਇਤਾ ਕਰਨੀ ਹੈ, ਉਹ ਨਿਸ਼ਚਿੰਤ ਹੋ ਜਾਂਦਾ ਹੈ। ਕਹੋ ਨਾਨਕ ਗੁਰ ਪੂਰਾ ਪਾਇਆ, ਭਰਮ ਮੋਹ ਸਗਲ ਬਿਨਸਾਇਆ। ਕਹੇ ਜਦੋਂ ਦੇ ਮੈਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ ਹੈ, ਮੇਰੇ ਅੰਦਰ ਭਰਮ, ਮੇਰੇ ਅੰਦਰ ਮੋਹ ਸਗਲ ਸਾਰਾ ਬਿਨਸਾਇਆ, ਖਤਮ ਹੋ ਗਿਆ। ਮੇਰੇ ਅੰਦਰ ਭਰਮ ਮੋਹ ਸਾਰਾ ਖਤਮ ਹੋ ਗਿਆ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।